ਹਾਂਜੀ ਬੱਚਿਓ, ਅੱਜ ਆਪਾਂ ਸ਼ੁਰੂ ਕਰਨ ਲੱਗੇ ਹਾਂ CBSE ਦੀ ਪੋਲੀਟੀਕਲ ਸਾਇੰਸ ਦਾ ਪਹਿਲਾ ਚੈਪਟਰ, ਜਿਸ ਦਾ ਨਾਂ ਹੈਗਾ ਦ ਐਂਡ ਆਫ ਦਾ ਬਾਇਓਪੋਲੈਰਿਟੀ। ਇਹਨੂੰ ਸਮਝਣ ਤੋਂ ਪਹਿਲਾਂ, ਇਹਨੂੰ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਗੱਲਾਂ ਆਪਾਂ ਕਰ ਦਿਆਂਗੇ। ਇਸ ਦੀ ਆਪਾਂ ਇੱਕ ਸੀਰੀਜ਼ ਲੈ ਕੇ ਆਵਾਂਗੇ, ਜਿਸ ਦੇ ਆਪਾਂ ਇਹ ਆਪਣੀ ਪੋਲੀਟੀਕਲ ਸਾਇੰਸ ਦੇ 2 ਕਿਤਾਬਾਂ ਨੇਗੀਆਂ। ਪਹਿਲਾਂ ਆਪਾਂ ਪਹਿਲੀ ਕਿਤਾਬ ਦੇ ਸਾਰੇ ਚੈਪਟਰ ਲਗਾਤਾਰ ਪੂਰੇ ਕਰਾਂਗੇ, ਫਿਰ ਆਪਾਂ ਦੂਸਰੀ ਕਿਤਾਬ ਦੇ ਸਾਰੇ ਚੈਪਟਰ ਲਗਾਤਾਰ ਪੂਰੇ ਕਰਾਂਗੇ। ਤਾਂ ਇੱਕ ਪਲੇਲਿਸਟ ਬਣਾ ਦਿਆਂਗੇ, ਜਿਸ ਦੇ ਵਿੱਚ ਇੱਕ ਥਾਂ 'ਤੇ ਤੁਸੀਂ ਸਾਰੀਆਂ ਵੀਡੀਓ ਦੇਖ ਸਕਦੇ ਹੋਗੇ। ਅਤੇ ਇਹਦਾ ਅੱਜ ਦਾ ਚੈਪਟਰ ਜਿਹੜਾ ਦ ਐਂਡ ਆਫ ਦਾ ਬਾਇਓਪੋਲੈਰਿਟੀ। ਵੈਸੇ ਜਿਹੜਾ ਪਹਿਲਾ ਚੈਪਟਰ ਹੈਗਾ ਉਹ ਹੈਗਾ ਕੋਲਡ ਵਾਰ ਵਾਲਾ, ਪਰ ਕੋਲਡ ਵਾਰ ਵਾਲਾ ਤੁਹਾਡੇ ਸਿਲੇਬਸ ਦੇ ਵਿੱਚ ਨਹੀਂ ਰਿਹਾ, ਅਤੇ ਇਸੇ ਕਰਕੇ ਇਹ ਜਿਹੜਾ ਸੈਕਿੰਡ ਚੈਪਟਰ ਹੈ ਉਹੀ ਤੁਹਾਡਾ ਪਹਿਲਾ ਚੈਪਟਰ ਹੈਗਾ ਦ ਐਂਡ ਆਫ ਦਾ ਬਾਇਓਪੋਲੈਰਿਟੀ। ਇਹਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਪਿਛਲੇ ਚੈਪਟਰ ਦਾ ਥੋੜ੍ਹਾ ਜਿਹਾ ਓਵਰਵਿਊ ਲੈ ਲੈਂਦੇ ਹਾਂ। ਜਿਹੜਾ ਪਹਿਲਾ ਚੈਪਟਰ ਸੀਗਾ ਉਹ ਸੀ ਦਾ ਕੋਲਡ ਵਾਰ। ਕੋਲਡ ਵਾਰ ਦੇ ਵਿੱਚ 2 ਮਹਾਂਸ਼ਕਤੀਆਂ ਦੇ ਵਿਚਕਾਰ ਇੱਕ ਕੋਲਡ ਵਾਰ ਚੱਲਿਆ ਸੀ। ਇੱਕ ਸ਼ਕਤੀ ਸੀਗੀ USSR ਅਤੇ ਇੱਕ ਸ਼ਕਤੀ ਸੀ USA। USA ਇਹਨਾਂ ਦੇ ਵਿਚਕਾਰ ਜਿਹੜੀ ਲੜਾਈ ਸੀ ਉਹ ਇੱਕ ਵਿਚਾਰਧਾਰਾ ਦੀ ਲੜਾਈ ਸੀ, ਇੱਕ ਆਈਡੀਓਲੋਜੀਕਲ ਵਾਰ ਸੀਗਾ ਇਹ। ਜਿਹੜਾ USA ਹੈ ਉਹ ਜਾਂ ਉਹਦੇ ਅਲਾਈਜ਼ ਕੈਪੀਟਲਿਜ਼ਮ ਨੂੰ ਫੋਲੋ ਕਰਦੇ ਸੀਗੇ। ਉੱਥੇ ਸਾਰਾ ਕੁਛ ਪ੍ਰਾਈਵੇਟ ਸੀਗਾ, ਪ੍ਰਾਈਵੇਟ ਪ੍ਰੋਪਰਟੀ ਸੀ, ਪ੍ਰਾਈਵੇਟ ਫਾਰਮਿੰਗ ਸੀ, ਪ੍ਰਾਈਵੇਟ ਇੰਡਸਟਰੀ ਸੀ। ਇਹਦੇ ਉਲਟ ਦੂਜੇ ਪਾਸੇ USSR ਕਮਿਊਨਿਜ਼ਮ ਨੂੰ ਫੋਲੋ ਕਰਦਾ ਸੀ ਜਾਂ ਸੋਸ਼ਲਿਜ਼ਮ ਨੂੰ ਫੋਲੋ ਕਰਦਾ ਸੀ। ਉੱਥੇ ਸਾਰਾ ਕੁਛ ਸਰਕਾਰੀ ਸੀਗਾ, ਸਰਕਾਰੀ ਕੰਟਰੋਲ ਦੇ ਵਿੱਚ ਸੀ। ਉੱਥੇ ਪਬਲਿਕ ਫਾਰਮਿੰਗ ਸੀ, ਪਬਲਿਕ ਇੰਡਸਟਰੀ ਸੀ, ਐਕਸੈਕਟਰਾ। ਤਾਂ ਇਹਨਾਂ ਦੇ ਵਿੱਚ ਇਹ ਆਈਡੀਓਲੋਜੀਕਲ ਵਾਰ ਸੀਗਾ। ਬਹੁਤ ਸਾਰੇ ਜਿਹੜੇ ਦੇਸ਼ ਹੈਗੇ ਉਹ USA ਦੇ ਨਾਲ ਜੁੜ ਹੋ ਗਏ, ਬਹੁਤ ਸਾਰੇ ਦੇਸ਼ ਹੈ ਜਿਹੜੇ ਉਹ USSR ਦੇ ਨਾਲ ਜੁੜ ਗਏ। ਤਾਂ ਕਈ ਕਨਫਲਿਕਟ ਵੀ ਹੋਈ ਜਿਨ੍ਹਾਂ ਦੇ ਵਿੱਚ ਪ੍ਰੋਕਸੀ ਵਾਰ ਹੋਏ, ਜਿੱਥੇ USA ਅਤੇ USSR ਨੇ ਇੱਕ ਦੂਜੇ ਦਾ ਸਾਥ ਦਿੱਤਾ। ਜਿਵੇਂ ਕੋਰੀਆ ਵਾਰ ਹੋਇਆ 1950 ਦੇ ਵਿੱਚ, ਉੱਥੇ ਨੌਰਥ ਕੋਰੀਆ ਦਾ ਸਾਥ ਦਿੱਤਾ USSR ਨੇ ਅਤੇ ਸਾਊਥ ਕੋਰੀਆ ਦਾ ਸਾਥ ਦਿੱਤਾ USA ਨੇ। ਇਹ ਪ੍ਰੋਕਸੀ ਵਾਰ ਹੋਏ। USA ਅਤੇ USSR ਆਪ ਕਦੇ ਵੀ ਸਾਹਮਣੇ ਨਹੀਂ ਆਏ ਇੱਕ ਦੂਜੇ ਦੇ, ਕਦੇ ਵੀ ਇਹਨਾਂ ਦੇ ਵਿਚਕਾਰ ਯੁੱਧ ਨਹੀਂ ਹੋਇਆ। ਪਰ ਜੇ ਕਿਤੇ ਯੁੱਧ ਹੋਇਆ ਉੱਥੇ ਇਹਨਾਂ ਨੇ ਉਹਨਾਂ ਦੇਸ਼ਾਂ ਦੀ ਮਦਦ ਕਰਤੀ ਪਿੱਛੇ ਤੋਂ, ਹਥਿਆਰਾਂ ਦੇ ਨਾਲ ਅਤੇ ਆਰਮੀ ਦੇ ਨਾਲ, ਹਥਿਆਰਾਂ ਦੇ ਨਾਲ ਅਤੇ ਮੈਨ ਪਾਵਰ ਦੇ ਨਾਲ। ਜਿਵੇਂ ਕਿ ਅਫਗਾਨਿਸਤਾਨ ਦੇ ਵਿੱਚ ਵਾਰ ਹੋਇਆ 1979 ਤੋਂ 99 ਤੱਕ, ਉੱਥੇ ਵੀ ਇਸੇ ਤਰ੍ਹਾਂ ਹੀ ਹੋਇਆ। ਇਸੇ ਤਰ੍ਹਾਂ ਹੀ ਕਿਊਬਾ ਮਿਜ਼ਾਇਲ ਕ੍ਰਾਈਸਿਸ ਹੋਇਆ, ਉੱਥੇ ਵੀ ਕਿਊਬਾ ਦੇ ਵਿੱਚ ਮਿਜ਼ਾਇਲਾਂ ਖੜ੍ਹੀਆਂ ਕਰਵਾਈਆਂ USSR ਨੇ, ਟਾਰਗੇਟ ਕੀਤਾ USA ਦੇ ਸ਼ਹਿਰਾਂ ਨੂੰ। ਬਟ ਇਹਨਾਂ ਦੇ ਵਿਚਕਾਰ ਜਿਹੜੀ ਟੈਨਸ਼ਨ ਸੀਗੀ ਉਹ ਵਿਚਾਰਧਾਰਾ ਨੂੰ ਲੈ ਕੇ ਸੀਗੀ, ਕਿ ਮੇਰੀ ਵਿਚਾਰਧਾਰਾ ਨੂੰ ਸਾਰੇ ਦੇਸ਼ ਫੋਲੋ ਕਰਨ ਅਤੇ USA ਨੂੰ ਇਹ ਸੀ ਮੇਰੀ ਵਿਚਾਰਧਾਰਾ ਨੂੰ ਸਾਰੇ ਦੇਸ਼ ਫੋਲੋ ਕਰਨ। ਤਾਂ ਹੌਲੀ ਹੌਲੀ ਇਹ ਜਿਹੜੀ ਇਹਨਾਂ ਦੇ ਵਿਚਕਾਰ ਆਰਮ ਰੇਸ ਚੱਲ ਪਊਗੀ, ਨਿਊਕਲੀਅਰ ਵੈਪਨ ਦੀ ਆਰਮ ਰੇਸ ਚੱਲ ਪਊਗੀ, ਫਿਰ ਸਪੇਸ ਦੇ ਵਿੱਚ ਸਪੇਸ ਰੇਸ ਚੱਲ ਪਊਗੀ। ਇਸ ਤੋਂ ਇਲਾਵਾ ਹੋਰ ਵੀ ਕਈ ਵਾਰੀ ਟੈਨਸ਼ਨਾਂ ਖੜ੍ਹੀਆਂ ਹੋਈਆਂ, ਜਿਵੇਂ ਮਿਜ਼ਾਇਲ ਕ੍ਰਾਈਸਿਸ ਵੇਲੇ ਟੈਨਸ਼ਨ ਖੜ੍ਹੀ ਹੋਈ, ਅਫਗਾਨਿਸਤਾਨ ਵਾਰ ਦੇ ਸਮੇਂ ਇਹਨਾਂ ਦੇ ਵਿੱਚ ਟੈਨਸ਼ਨ ਖੜ੍ਹੀ ਹੋਈ, ਜਾਂ ਕਈ ਵਾਰ ਈਸਟਰਨ ਯੂਰਪ ਦੇ ਦੇਸ਼ਾਂ ਦੇ ਵਿੱਚ ਕੋਈ ਡਿਮਾਂਡ ਉੱਠੀ USSR ਦੇ ਖਿਲਾਫ, ਤਾਂ ਉਹਨਾਂ ਨੇ ਆਪਦੀ ਰੈੱਡ ਆਰਮੀ ਦੇ ਨਾਲ ਦਬਾ ਤਾ। ਇਸ ਤੋਂ ਇਲਾਵਾ ਕਈ ਵਾਰੀ ਇੱਕ ਦੂਜੇ ਦੇ ਦੇਸ਼ਾਂ ਨੇ ਦੂਜਿਆਂ ਦੀ ਸਪਾਈ ਕਰਨ ਦੀ ਕੋਸ਼ਿਸ਼ ਕੀਤੀ, ਜਾਸੂਸੀ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਇਹਨਾਂ ਨੇ ਉਹਨਾਂ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕੀਤੀ। ਤਾਂ ਇਹ ਇੱਕ ਆਈਡੀਓਲੋਜੀਕਲ ਵਾਰ ਸੀ, ਇਹ ਕਦੇ ਹੌਟ ਵਾਰ ਨਹੀਂ ਹੋ ਸਕਿਆ। ਹੌਟ ਵਾਰ ਇਸ ਕਰਕੇ ਨਹੀਂ ਹੋਇਆ ਕਿਉਂਕਿ ਦੋਨੇ ਹੀ ਸਟੇਟਸ ਜਾਂ ਦੋਨੇ ਹੀ ਮਹਾਂਸ਼ਕਤੀਆਂ ਸੀ ਜਿਹੜੀਆਂ ਉਹ ਨਿਊਕਲੀਅਰ ਕੈਪੇਬਲ ਸੀ, ਨਿਊਕਲੀਅਰ ਹਥਿਆਰ ਦੋਨਾਂ ਕੋਲ ਸੀ। ਦੋਨਾਂ ਨੂੰ ਇਹ ਸੀਗਾ ਜੇ ਯੁੱਧ ਲੱਗ ਗਿਆ ਤਾਂ ਅਸੀਂ ਦੋਨੇ ਦੇਸ਼ ਹੀ ਖਤਮ ਹੋ ਜਾਵਾਂਗੇ, ਸਾਰੀ ਦੁਨੀਆ ਹੀ ਖਤਮ ਹੋ ਜਾਊਗੀ। ਇਸ ਕਰਕੇ ਕਦੇ ਵੀ ਇਹ ਹੌਟ ਵਾਰ ਨਹੀਂ ਹੋਇਆ, ਇਹਨੂੰ ਕੋਲਡ ਵਾਰ ਦਾ ਨਾਂ ਦਿੱਤਾ ਗਿਆ। ਜਿਹੜਾ ਕੋਲਡ ਵਾਰ ਦਾ ਪੀਰੀਅਡ ਹੈਗਾ ਇਹ 1945 ਤੋਂ ਲੈ ਕੇ ਸੈਕਿੰਡ ਵਰਲਡ ਵਾਰ ਤੋਂ ਬਾਅਦ 1991 ਤੱਕ ਮੰਨਿਆ ਜਾਂਦਾ, ਕਿਉਂਕਿ 1991 ਦੇ ਵਿੱਚ USSR ਡਿਸਇੰਟੀਗ੍ਰੇਟ ਹੋ ਗਿਆ ਸੀ, ਉਹ ਟੁੱਟ ਗਿਆ ਸੀਗਾ। ਉਹ 15 ਦੇਸ਼ਾਂ ਦਾ ਸਮੂਹ ਸੀ, ਉਹ ਟੁੱਟ ਗਿਆ ਸੀ 1991 'ਚ ਆ ਕੇ। ਇਸ ਕਰਕੇ 1991 'ਚ ਯੂਨੀਪੋਲਰ ਬਣ ਗਿਆ ਵਰਲਡ, ਸਿਰਫ ਇੱਕੋ ਹੀ ਮਹਾਂਸ਼ਕਤੀ ਰਹਿ ਗਈ, ਇਕੱਲਾ USA ਰਹਿ ਗਿਆ। ਤਾਂ 91 ਦੇ ਵਿੱਚ ਕੀ ਹੈ, ਐਂਡ ਆਫ ਕੋਲਡ ਵਾਰ ਵੀ ਬੋਲਿਆ ਜਾਂਦਾ ਹੈਗਾ। ਹਾਂਜੀ ਬੱਚਿਓ, ਤਾਂ ਹੁਣ ਜਿਹੜਾ ਸੈਕਿੰਡ ਚੈਪਟਰ ਉਹ ਆਪਣਾ ਇੱਥੋਂ ਸਟਾਰਟ ਹੁੰਦਾ ਗਾ, ਦ ਐਂਡ ਆਫ ਦਾ ਬਾਇਓਪੋਲੈਰਿਟੀ। ਤਾਂ ਆਪਾਂ ਸ਼ੁਰੂ ਕਰ ਦਿਆਂਗੇ ਦ ਐਂਡ ਆਫ ਦਾ ਬਾਇਓਪੋਲੈਰਿਟੀ। ਤਾਂ ਸਾਨੂੰ ਪਹਿਲਾ ਟੋਪਿਕ ਹੈਗਾ ਵੀ ਵੱਟ ਵਾਜ ਦਾ ਸੋਵੀਅਤ ਸਿਸਟਮ, ਕਿ ਸੋਵੀਅਤ ਸਿਸਟਮ ਕੀ ਸੀਗਾ। ਤਾਂ ਸੋਵੀਅਤ ਸਿਸਟਮ ਕੀ ਸੀਗਾ ਵੀ ਤਾਂ ਸੋਵੀਅਤ ਸਿਸਟਮ ਕੀ ਸੀਗਾ। ਤਾਂ ਸੋਵੀਅਤ ਸਿਸਟਮ ਦੇ ਕੁਝ ਫੀਚਰ ਹੈਗੇ ਜਿਹੜੇ ਕਿ ਆਪਾਂ ਇਹਦੇ ਵਿੱਚ ਲਿਖੇ ਹੋਏ ਆ, ਜਿਵੇਂ ਕਿ USSR ਕੇਮ ਇਨ ਬੀਂਗ ਆਫਟਰ ਰਸ਼ੀਅਨ ਰੈਵੋਲਿਊਸ਼ਨ 1917। ਜਿਹੜਾ ਰਸ਼ੀਆ ਦਾ ਰੈਵੋਲਿਊਸ਼ਨ ਆ ਉਹ 1917 ਦੇ ਵਿੱਚ ਹੋਇਆ ਸੀਗਾ।
1917 ਤੋਂ ਪਹਿਲਾਂ ਇੱਥੇ ਮੋਨਾਰਕੀ ਸੀਗੀ। ਰਾਜਾ ਸੀਗਾ ਇੱਕ ਜ਼ਾਰ ਨਿਕੋਲਸ ਸੀਗਾ ਉਸ ਸਮੇਂ। ਇੱਥੋਂ ਦੇ ਰਾਜੇ ਨੂੰ ਜ਼ਾਰ ਬੋਲਿਆ ਜਾਂਦਾ ਸੀਗਾ। ਉਹ ਜ਼ਾਰ ਦੇ ਖਿਲਾਫ ਰਸ਼ੀਆ ਦੇ ਜਿਹੜੇ ਵਰਕਰ ਸੀ ਉਹਨਾਂ ਨੇ ਬਹੁਤ ਵੱਡੀ ਸਟਰਾਈਕ ਕਰੀ ਸੀਗੀ 1917 ਦੇ ਵਿੱਚ। ਬਟ ਉਦੋਂ ਉਹਨੇ ਆਪਣੀ ਗੱਦੀ ਛੱਡ ਦਿੱਤੀ ਸੀਗੀ, ਬਟ ਪੂਰੀ ਤਰ੍ਹਾਂ ਉੱਥੇ ਜਿਹੜਾ ਤਖ਼ਤਾ ਪਲਟ ਨਹੀਂ ਹੋ ਪਾਇਆ ਸੀ। ਪਰ ਅਕਤੂਬਰ ਮਹੀਨੇ ਦੇ ਵਿੱਚ 1917 ਦੇ ਵਿੱਚ ਇੱਕ ਹੋਰ ਕ੍ਰਾਂਤੀ ਹੁੰਦੀ ਹੈ, ਉਹਨੂੰ ਅਕਤੂਬਰ ਕ੍ਰਾਂਤੀ ਬੋਲਿਆ ਜਾਂਦਾ ਹੈ। ਉਹਦੇ ਵਿੱਚ ਇਹ ਸਾਰੀ ਸੱਤਾ ਰਾਜਾ ਛੱਡ ਦਿੰਦਾ ਗਾ ਅਤੇ ਡਿਊਮਾ ਦੇ ਹੱਥ ਵਿੱਚ ਸਾਰੀ ਪਾਵਰ ਆ ਜਾਂਦੀ ਹੈ। ਇਸ ਤੋਂ ਬਾਅਦ ਵਰਕਰ ਆਪਦੇ ਹੱਥਾਂ ਦੇ ਵਿੱਚ ਸ਼ਕਤੀ ਲੈ ਲੈਂਦੇ ਹੈਗੇ। ਤਾਂ ਬਟ ਉੱਥੇ ਇੱਕ ਸਮੱਸਿਆ ਖੜ੍ਹੀ ਹੋ ਗਈ ਸੀ। ਸਮੱਸਿਆ ਇਹ ਕਿ ਉੱਥੇ ਦੋ ਗਰੁੱਪ ਬਣ ਗਏ ਸੀ। ਇੱਕ ਸੀਗੇ ਮੈਨਸੇਵਕ ਅਤੇ ਇੱਕ ਸੀਗੇ ਬੋਲਸ਼ੇਵਿਕ। ਅਤੇ ਮੈਨਸੇਵਕ ਅਤੇ ਬੋਲਸ਼ੇਵਿਕਾਂ ਦੇ ਵਿੱਚ ਪਾਵਰ ਸ਼ੇਅਰਿੰਗ ਨੂੰ ਲੈ ਕੇ ਝਗੜਾ ਹੋ ਗਿਆ ਸੀਗਾ ਅਤੇ ਇੱਥੇ ਸਿਵਲ ਵਾਰ ਛਿੜ ਗਿਆ ਸੀਗਾ। ਤਾਂ 1917 ਤੋਂ ਲੈ ਕੇ 1922 ਤੱਕ ਇੱਥੇ ਸਿਵਲ ਵਾਰ ਚੱਲੀ ਗਿਆ ਅਤੇ ਸਿਵਲ ਵਾਰ ਤੋਂ ਬਾਅਦ 1922 ਦੇ ਵਿੱਚ ਵਲਾਦੀਮੀਰ ਲੈਨਿਨ ਇੱਥੇ USSR ਦਾ ਨਿਰਮਾਣ ਕਰੂਗਾ। ਹਾਂਜੀ, ਤਾਂ ਆਪਾਂ ਕਹਿ ਸਕਦੇ ਵੀ USSR ਕਦੋਂ ਬਣਿਆ? ਰਸ਼ੀਅਨ ਰੈਵੋਲੂਸ਼ਨ ਤੋਂ ਬਾਅਦ ਬਣਿਆ। ਹਾਂਜੀ, ਇਸ ਤੋਂ ਅੱਗੇ ਹੈਗਾ ਸੋਵੀਅਤ ਸਿਸਟਮ ਵੈਰੀ ਬਿਊਰੋਕ੍ਰੇਟਿਕ ਐਂਡ ਅਥੋਰੀਟੇਰੀਅਨ। ਜਿਹੜਾ ਸੋਵੀਅਤ ਸਿਸਟਮ ਸੀਗਾ ਇਹਦੇ ਵਿੱਚ ਜਿਹੜੇ ਸਰਕਾਰੀ ਕਰਮਚਾਰੀ ਸੀਗੇ ਉਹ ਜ਼ਿਆਦਾ ਪ੍ਰਿਵਲੇਜ ਰੱਖਦੇ ਸੀਗੇ, ਉਹਨਾਂ ਦੇ ਹੱਥ ਦੇ ਵਿੱਚ ਜ਼ਿਆਦਾ ਪਾਵਰਾਂ ਸੀਗੀਆਂ। ਅਤੇ ਅਥੋਰੀਟੇਰੀਅਨ ਸੀਗਾ, ਸਿੰਗਲ ਮੈਨ ਦੇ ਕੋਲ ਹੀ ਜ਼ਿਆਦਾ ਪਾਵਰ ਸੀਗੀ। ਜਦੋਂ ਜੋਸਫ ਸਟਾਲਿਨ ਦੇ ਕੋਲ ਸ਼ਕਤੀ ਆ ਜਾਊਗੀ ਤਾਂ ਇਹ ਅਥੋਰੀਟੇਰੀਅਨ ਹੋਰ ਹੋ ਜਾਊਗਾ, ਥੋੜ੍ਹਾ ਜਿਹਾ ਜ਼ਿਆਦਾ ਤਾਨਾਸ਼ਾਹੀ ਰਵੱਈਏ ਦਾ ਬਣ ਜਾਊਗਾ USSR। ਉਸ ਤੋਂ ਬਾਅਦ USSR ਮਾਡਲ ਬੇਸਡ ਔਨ ਦਾ ਆਈਡੀਅਲ ਆਫ ਸੋਸ਼ਲਿਜ਼ਮ। ਜਿਹੜਾ USSR ਹੈਗਾ ਉਹਦੀ ਜਿਹੜਾ ਮਾਡਲ ਸੀਗਾ, ਇਕਨੋਮਿਕ ਮਾਡਲ ਸੀਗਾ, ਉਹ ਸੋਸ਼ਲਿਜ਼ਮ ਦੇ ਨੇੜੇ ਸੀਗਾ। ਇੱਥੇ ਸਾਰਾ ਕੁਝ ਸਰਕਾਰੀ ਕੰਟਰੋਲ 'ਚ ਰੱਖਿਆ ਗਿਆ ਅਤੇ ਇਕੁਅਲ ਡਿਸਟਰੀਬਿਊਸ਼ਨ 'ਤੇ ਇਹਨਾਂ ਨੇ ਜ਼ੋਰ ਦਿੱਤਾ ਸੀਗਾ। ਇਸ ਤੋਂ ਬਾਅਦ ਹੈਗਾ ਲੈਕ ਆਫ ਦਾ ਡੈਮੋਕਰੇਸੀ ਐਂਡ ਐਬਸੈਂਸ ਆਫ ਦਾ ਫਰੀਡਮ ਆਫ ਸਪੀਚ। ਹਾਂਜੀ, ਇੱਥੇ ਡੈਮੋਕਰੇਸੀ ਨਾਮ ਦੀ ਸੀਗੀ, ਡੈਮੋਕਰੇਸੀ ਬਿਲਕੁਲ ਨਹੀਂ ਸੀਗੀ ਅਤੇ ਕਿਸੇ ਨੂੰ ਭਾਸ਼ਣ ਦੇਣ ਦੀ ਆਜ਼ਾਦੀ, ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਵੀ ਨਹੀਂ ਸੀਗੀ। ਅਪੋਜ਼ਡ ਟੂ ਦਾ ਕੈਪੀਟਲਿਜ਼ਮ, ਇਹ ਕੈਪੀਟਲਿਜ਼ਮ ਦਾ ਵਿਰੋਧ ਕਰਦੇ ਸੀਗੇ। ਕੈਪੀਟਲਿਜ਼ਮ ਦਾ ਵਿਰੋਧ ਕਰਦੇ ਸੀਗੇ। ਐਬੋਲਿਸ਼ ਦਾ ਪ੍ਰਾਈਵੇਟ ਪ੍ਰੋਪਰਟੀ, ਜਿੰਨੀ ਵੀ ਪ੍ਰਾਈਵੇਟ ਪ੍ਰੋਪਰਟੀ ਸੀਗੀ ਉਹਨੂੰ ਸਾਰੀ ਨੂੰ ਇਹਨਾਂ ਨੇ ਐਬੋਲਿਸ਼ ਕਰਤਾ, ਖ਼ਤਮ ਕਰਤਾ, ਕਿਉਂਕਿ ਕੈਪੀਟਲਿਜ਼ਮ ਨੂੰ ਫੋਲੋ ਨਹੀਂ ਕਰ ਰਹੇ ਤਾਂ ਪ੍ਰਾਈਵੇਟ ਪ੍ਰੋਪਰਟੀ ਤਾਂ ਬਿਲਕੁਲ ਹੀ ਨਹੀਂ ਹੋ ਸਕਦੀ। ਫਿਰ ਇਸ ਤੋਂ ਬਾਅਦ ਨੀਡ ਫਾਰ ਦਾ ਐਨ ਇਗੈਲੀਟੇਰੀਅਨ ਸੋਸਾਇਟੀ। ਅਤੇ ਇਹ ਕਿਉਂਕਿ ਇਹ ਮਾਡਲ ਲੈ ਕੇ ਆਏ ਹੈਗੇ ਕਮਿਊਨਿਜ਼ਮ ਦਾ, ਸੋਸ਼ਲਿਜ਼ਮ ਦਾ। ਅਤੇ ਸੋਸ਼ਲਿਜ਼ਮ ਮਾਡਲ ਦੇ ਵਿੱਚ ਐਗੈਲੀਟੇਰੀਅਨ ਸੋਸਾਇਟੀ ਦੀ ਮੰਗ ਹੁੰਦੀ ਹੈ ਕਿ ਇਕੁਅਲ ਸਮਾਜ ਦੀ ਗੱਲ ਹੁੰਦੀ ਹੈਗੀ। ਹਾਂਜੀ, ਡਿਜ਼ਾਇਨ ਏ ਸੋਸਾਇਟੀ ਬੇਸਡ ਔਨ ਦਾ ਪ੍ਰਿੰਸੀਪਲ ਆਫ ਇਕੁਐਲਿਟੀ। ਅਤੇ ਇਹ ਇਹਨਾਂ ਦਾ ਟਾਰਗੇਟ ਹੈਗਾ। ਸੋਸ਼ਲਿਜ਼ਮ ਦਾ ਟਾਰਗੇਟ ਹੁੰਦਾ ਕਿ ਆਪਾਂ ਇਕੁਅਲ ਸੁਸਾਇਟੀ ਕ੍ਰੀਏਟ ਕਰਨੀ ਹੈਗੀ, ਜਿਸ ਦੇ ਵਿੱਚ ਸਾਰੇ ਜਣੇ, ਸਾਰੇ ਨਾਗਰਿਕ ਬਰਾਬਰ ਹੋਣਗੇ, ਉਹਨਾਂ ਕੋਲ ਬਰਾਬਰ ਦੇ ਆਰਥਿਕ ਸਾਧਨ ਹੋਣਗੇ। ਹਾਂ, ਇਹ ਇਹਨਾਂ ਦਾ ਟਾਰਗੇਟ ਹੁੰਦਾ ਗਾ। ਇਸ ਤੋਂ ਬਾਅਦ ਵੀ ਨੋ ਓਪੋਜੀਸ਼ਨ ਅਲਾਊਡ, ਕੋਈ ਵੀ ਓਪੋਜੀਸ਼ਨ ਪਾਰਟੀ ਹੈ ਨਹੀਂ ਸੀ, ਸਿੰਗਲ ਪਾਰਟੀ ਰੂਲ ਸੀ, ਸਿਰਫ ਕਮਿਊਨਿਸਟ ਪਾਰਟੀ ਹੀ ਰੂਲ ਕਰੂਗੀ, ਸਿੰਗਲ ਪਾਰਟੀ ਰੂਲ ਸੀਗਾ। ਹਾਂਜੀ, ਤਾਂ ਇਕੋਨਮੀ ਵਾਜ ਪਲੈਨਡ ਐਂਡ ਕੰਟਰੋਲਡ ਬਾਏ ਸਟੇਟ। ਇਹਨਾਂ ਦੀ ਜਿਹੜੀ ਇਕੋਨਮੀ ਸੀਗੀ ਉਹ ਪਲੈਨਡ ਇਕੋਨਮੀ ਸੀ। ਇੱਕ 5 ਈਅਰ ਪਲੈਨ ਤਿਆਰ ਕੀਤਾ ਜਾਣਾ ਸੀ, ਉਸ ਪਲੈਨ ਦੇ ਅਕੋਰਡਿੰਗ ਹੀ ਇਹਦਾ ਸਾਰਾ ਇਕਨੋਮਿਕ ਜਿਹੜੀਆਂ ਪੋਲਿਸੀਜ਼ ਆ ਉਹ ਚੱਲਦੀਆਂ ਸੀਗੀਆਂ। ਅਤੇ ਜਿਹੜੇ ਇਹਨਾਂ ਦੇ ਪਲੈਨ ਹੈਗੇ ਇਕਨੋਮਿਕ ਪਲੈਨ, ਉਹ 1928 ਦੇ ਵਿੱਚ ਸ਼ੁਰੂ ਹੋਏ ਸੀਗੇ। ਇੰਡੀਆ ਵੀ ਇਹਨਾਂ ਤੋਂ ਇੰਸਪਾਇਰਡ ਸੀਗਾ। ਇੰਡੀਆ ਨੇ ਵੀ ਜਿਹੜੇ 5 ਈਅਰ ਪਲੈਨ ਚਲਾਏ ਸੀ 1951 ਦੇ ਵਿੱਚ, ਉਹ USSR ਤੋਂ ਹੀ ਲਏ ਗਏ ਸੀਗੇ। ਹਾਂਜੀ, ਤਾਂ ਇਹ ਕੁਝ ਜਿਹੜੀਆਂ ਫੀਚਰਸ ਨੇ ਸੋਵੀਅਤ ਸਿਸਟਮ ਦੀਆਂ, ਸੋਵੀਅਤ ਸਿਸਟਮ ਦੇ ਫੀਚਰ ਹੈਗੇ। ਅਤੇ ਮੈਂ ਥੋੜ੍ਹਾ ਇਹ ਵੀ ਦੱਸਦਾ ਤੁਹਾਨੂੰ ਕਿ ਸੋਵੀਅਤ ਸਿਸਟਮ ਦੇ ਵਿੱਚ ਕਿਹੜੇ ਕਿਹੜੇ ਦੇਸ਼ ਸੀ। ਇਹ 15 ਦੇਸ਼ਾਂ ਦਾ ਇੱਕ ਗਰੁੱਪ ਸੀਗਾ। ਉਹ 15 ਦੇਸ਼ ਕਿਹੜੇ ਕਿਹੜੇ ਸੀ ਬੱਚੇ ਉਹ ਦੇਖੋ। ਜਿਵੇਂ ਕਿ ਇੱਥੇ ਤੁਸੀਂ ਧਿਆਨ ਨਾਲ ਦੇਖੋ, ਜਿਵੇਂ ਰਸ਼ੀਆ 'ਚ ਡੋਮੀਨੇਟ ਕਰਦਾ ਸੀਗਾ। ਰਸ਼ੀਆ ਸਭ ਤੋਂ ਵੱਡਾ ਕੰਟਰੀ ਸੀਗਾ। ਇਸ ਤੋਂ ਇਲਾਵਾ ਰਸ਼ੀਆ ਤੋਂ ਇਲਾਵਾ ਇੱਥੇ 3 ਛੋਟੇ ਛੋਟੇ ਦੇਸ਼ ਸੀ, ਤੁਹਾਨੂੰ ਦਿਖਾਈ ਨਹੀਂ ਦੇ ਰਹੇ ਹੋਣੇ। ਜਿਵੇਂ ਕਿ ਇੱਥੇ ਸੀਗਾ ਇੱਕ ਇਸਟੋਨੀਆ, ਲਟਵੀਆ ਅਤੇ ਲਿਥੂਏਨੀਆ। ਛੋਟੇ ਛੋਟੇ ਦੇਸ਼ ਹੈ 3, ਬਾਲਟਿਕ ਨੇਸ਼ਨ ਕਹਿੰਦੇ ਇਹਨਾਂ ਨੂੰ। ਇਸਟੋਨੀਆ, ਲਟਵੀਆ, ਲਿਥੂਏਨੀਆ, ਫਿਰ ਬੇਲਾਰੂਸ, ਫਿਰ ਯੂਕਰੇਨ। ਇਸ ਤੋਂ ਬਾਅਦ ਇੱਥੇ ਹੈਗੇ ਜੋਰਜੀਆ, ਇੱਥੇ ਅਜ਼ਰਬਾਈਜਾਨ, ਅਰਮੇਨੀਆ, ਫਿਰ ਉਜ਼ਬੇਕਿਸਤਾਨ, ਤੁਰਕਮੇਨਿਸਤਾਨ, ਕਜ਼ਾਕਿਸਤਾਨ, ਅਤੇ ਤਾਜਿਕਸਤਾਨ। ਅਤੇ ਇੱਥੇ ਹੈਗਾ ਜੀ ਕਜ਼ਾਕਿਸਤਾਨ, ਉਜ਼ਬੇਕਿਸਤਾਨ, ਤੁਰਕਮੇਨਿਸਤਾਨ, ਤਾਜਿਕਸਤਾਨ ਅਤੇ ਕਿਰਗਿਸਤਾਨ। ਇਹ 5 ਸੈਂਟਰਲ ਏਸ਼ੀਅਨ ਕੰਟਰੀ ਹੈ। ਰਸ਼ੀਆ ਹੈਗਾ, ਇਸਟੋਨੀਆ, ਲਟਵੀਆ, ਲਿਥੂਏਨੀਆ ਹੈਗਾ, ਬੇਲਾਰੂਸ ਹੈਗਾ, ਯੂਕਰੇਨ ਹੈਗਾ, ਮੋਲਡੋਵਾ ਹੈਗਾ, ਜੋਰਜੀਆ ਹੈਗਾ, ਅਰਮੀਨੀਆ ਅਤੇ ਅਜ਼ਰਬਾਈਜਾਨ। ਜੇ ਆਪਾਂ ਇਹਨੂੰ ਸਾਰਿਆਂ ਨੂੰ ਕਾਊਂਟ ਕਰਾਂਗੇ ਤਾਂ ਇਹ 15 ਦੇਸ਼ ਹੋ ਜਾਂਦੇ ਹੈਗੇ। 15 ਦੇਸ਼ਾਂ ਦਾ ਇੱਕ ਗਰੁੱਪ ਸੀਗਾ, ਉਹਨੂੰ ਬੋਲਿਆ ਜਾਂਦਾ ਹੈ USSR। ਹਾਂਜੀ ਬੱਚਿਓ, ਚਲੋ ਹੁਣ ਅੱਗੇ ਵਧਦੇ ਹੈਗੇ। ਇਸ ਤੋਂ ਬਾਅਦ ਆ ਵੀ ਅਦਰ ਇੰਪੋਰਟੈਂਟ ਫੈਕਟਸ।
ਕੁਝ ਆਪਾਂ ਸੋਵੀਅਤ ਸਿਸਟਮ ਬਾਰੇ ਹੋਰ ਜਾਣਦੇ ਆਂਗੇ, ਕੁਝ ਹੋਰ ਮਹੱਤਵਪੂਰਨ ਫੈਕਟ ਹੈਗੇ ਉਹਨਾਂ ਬਾਰੇ ਆਪਾਂ ਕਰਦੇ ਹਾਂਗੇ, ਜਿਵੇਂ ਕਿ USSR ਦੀ ਫੁੱਲ ਫਾਰਮ ਹੈਗੀ ਦਾ ਯੂਨੀਅਨ ਆਫ ਸੋਵੀਅਤ ਸੋਸ਼ਲਿਸਟ ਰਿਪਬਲਿਕ ਫਾਊਂਡ। ਦ ਯੂਨੀਅਨ ਆਫ ਸੋਵੀਅਤ ਸੋਸ਼ਲਿਸਟ ਰਿਪਬਲਿਕ, ਇਹ USSR ਦੀ ਫੁੱਲ ਫਾਰਮ ਹੈਗੀ। ਇਹ ਫਾਊਂਡ ਹੋਇਆ ਸੀ 1922 ਦੇ ਵਿੱਚ। ਇਹ ਫਾਊਂਡ 1922 ਦੇ ਵਿੱਚ ਹੋਇਆ ਸੀਗਾ ਰਸ਼ੀਅਨ ਰੈਵੋਲੂਸ਼ਨ ਤੋਂ ਬਾਅਦ। ਫਿਰ ਇਟ ਕੰਸਿਸਟਡ 15 ਕੰਟਰੀਜ਼। ਦਿਸ ਗਰੁੱਪ ਆਫ ਕੰਟਰੀਜ਼ ਵਾਜ਼ ਕਾਲਡ ਸੈਕੰਡ ਵਰਲਡ ਔਰ ਸੋਸ਼ਲਿਸਟ ਬਲੋਕ। ਤਾਂ ਜਿਹੜਾ ਇਹ ਗਰੁੱਪ ਹੈਗਾ USSR, ਇਹਦੇ ਵਿੱਚ 15 ਦੇਸ਼ ਸੀਗੇ ਅਤੇ ਗਰੁੱਪ ਆਫ ਕੰਟਰੀ ਨੂੰ ਸੈਕੰਡ ਵਰਲਡ ਵੀ ਬੋਲਿਆ ਜਾਂਦਾ ਸੀ। ਦੇਖੋ USA ਦੇ ਗਰੁੱਪ ਨੂੰ ਬੋਲਿਆ ਜਾਂਦਾ ਸੀ ਫਸਟ ਵਰਲਡ, ਅਤੇ USSR ਦੇ ਗਰੁੱਪ ਨੂੰ ਬੋਲਿਆ ਜਾਂਦਾ ਸੀ ਸੈਕੰਡ ਵਰਲਡ। ਅਤੇ ਜਦੋਂ ਇੰਡੀਆ ਨੇ ਨੈਬ ਬਣਾ ਲਿਆ ਸੀਗਾ ਤਾਂ ਇੰਡੀਆ ਵਾਲੇ ਕੰਟਰੀਆਂ ਨੂੰ ਬੋਲਿਆ ਜਾਂਦਾ ਸੀਗਾ ਥਰਡ ਵਰਲਡ। ਹਾਂਜੀ, ਤਾਂ ਇਹਨਾਂ ਨੂੰ ਸੋਵੀਅਤ ਬਲੋਕ ਜਾਂ ਸੋਸ਼ਲਿਸਟ ਬਲੋਕ ਵੀ ਬੋਲਿਆ ਜਾਂਦਾ ਸੀਗਾ। ਫਿਰ ਸੋਵੀਅਤ ਇਕੋਨਮੀ ਵਾਜ ਦੈਨ ਮੋਰ ਡਿਵੈਲਪਡ ਦੈਨ ਰੈਸਟ ਆਫ ਦਾ ਵਰਲਡ ਐਕਸੈਪਟ US। ਉਸ ਸਮੇਂ ਜਿਹੜੀ ਸੋਵੀਅਤ ਇਕੋਨਮੀ ਸੀਗੀ ਉਹ ਬਹੁਤ ਤੇਜ਼ੀ ਨਾਲ ਅੱਗੇ ਵੱਧ ਰਹੀ ਸੀਗੀ, ਇੱਕ ਡਿਵੈਲਪਡ ਇਕੋਨਮੀ ਵੱਲ ਵੱਧ ਰਹੀ ਸੀਗੀ। ਪਰ USA ਦੀ ਇਕੋਨਮੀ ਇਹਦੇ ਨਾਲੋਂ ਵੀ ਜ਼ਿਆਦਾ ਡਿਵੈਲਪ ਸੀਗੀ, ਪਰ ਬਾਕੀ ਰੈਸਟ ਆਫ ਵਰਲਡ ਇਹ ਜ਼ਿਆਦਾ ਡਿਵੈਲਪ ਸੀਗੀ। ਹਾਂਜੀ, ਇਟ ਹੈਡ ਏ ਕੰਪਲੈਕਸ ਕਮਿਊਨੀਕੇਸ਼ਨ ਨੈਟਵਰਕ, ਵਾਸਟ ਐਨਰਜੀ ਰਿਸੋਰਸਿਜ ਇੰਕਲੂਡਿੰਗ ਆਇਲ, ਆਇਰਨ ਐਂਡ ਸਟੀਲ। ਜਿਹੜਾ USSR ਹੈ ਇਹਦੇ ਵਿੱਚ ਜਿੰਨਾ ਵੀ ਏਰੀਆ ਆ ਰਿਹਾ ਹੈਗਾ ਉਹ ਬਹੁਤ ਹੀ ਜ਼ਿਆਦਾ ਰਿਸੋਰਸ ਦੇ ਰੂਪ ਦੇ ਵਿੱਚ ਰਿਚ ਸੀਗਾ। ਇੱਥੇ ਆਇਰਨ, ਸਟੀਲ, ਨੈਚੁਰਲ ਗੈਸ, ਆਇਲ, ਇਹ ਕਾਫੀ ਮਾਤਰਾ ਦੇ ਵਿੱਚ ਸੀਗਾ। ਇਸ ਤੋਂ ਇਲਾਵਾ ਇਹਨਾਂ ਨੇ ਵਾਸਟ ਕਮਿਊਨੀਕੇਸ਼ਨ ਲਾਈਨ ਵਿਛਾਈ, ਰੇਲਵੇ ਲਾਈਨਾਂ ਵਿਛਾਈਆਂ, ਸੜਕਾਂ ਬਣਾਈਆਂ। ਤਾਂ ਇਹ ਕਾਫੀ ਅੱਗੇ ਵਧ ਰਹੇ ਸੀਗੇ, ਤੇਜ਼ੀ ਨਾਲ ਇਹ ਤਰੱਕੀ ਕਰ ਰਿਹਾ ਸੀ USSR। ਹਾਂਜੀ, ਇਸ ਤੋਂ ਬਾਅਦ ਹੈ ਮਸ਼ੀਨਰੀ ਪ੍ਰੋਡਕਸ਼ਨ ਐਂਡ ਟਰਾਂਸਪੋਰਟ ਸੈਕਟਰ ਦੈਟ ਕਨੈਕਟਡ ਟੂ ਦਾ ਰਿਮੋਟ ਏਰੀਆ। ਜਿਹੜੀ ਮਸ਼ੀਨਰੀ ਪ੍ਰੋਡਕਸ਼ਨ ਹੈਗਾ ਇਹਨੂੰ ਵੱਡੀ ਪੱਧਰ 'ਤੇ ਕਾਰ ਇੰਡਸਟਰੀ, ਹੋਰ ਮਸ਼ੀਨਰੀ ਪ੍ਰੋਡਕਸ਼ਨ ਵਾਲੀਆਂ ਇੰਡਸਟਰੀ ਲਾਈਆਂ ਇਹਨਾਂ ਨੇ। ਫਿਰ ਟਰਾਂਸਪੋਰਟ ਸੈਕਟਰ ਦੇ ਨਾਲ ਵੀ ਇਹਨਾਂ ਨੇ ਰਿਮੋਟ ਏਰੀਆ, ਜਿਹੜੇ ਦੂਰ ਦਰਾਜ ਦੇ ਏਰੀਏ ਹੈਗੇ, ਸੜਕਾਂ ਰਾਹੀਂ ਅਤੇ ਰੇਲਵੇ ਲਾਈਨਾਂ ਰਾਹੀਂ ਉਹਨਾਂ ਨੂੰ ਵੀ ਕਨੈਕਟ ਕਰ ਲਿਆ ਇਹਨਾਂ ਨੇ। ਹਾਂਜੀ ਬੱਚਿਓ, ਅੱਗੇ ਵੱਧਦੇ ਆਂਗੇ। ਇਸ ਤੋਂ ਬਾਅਦ ਹੈ ਵੀ ਇੰਡਸਟਰੀ ਪ੍ਰੋਡਿਊਸਡ ਐਵਰੀਥਿੰਗ ਫਰੋਮ ਪਿਨ ਟੂ ਕਾਰਜ਼। ਜਿਹੜੀ ਇਹਨਾਂ ਦੀ ਇੰਡਸਟਰੀ ਉਹ ਕਾਫੀ ਡਿਵੈਲਪ ਸੀਗੀ। ਉਹ ਕਾਰ ਤੋਂ ਲੈ ਕੇ ਛੋਟੀਆਂ ਛੋਟੀਆਂ ਪਿੰਨ ਤੱਕ, ਜਾਂ ਐਂ ਕਹਿ ਲਓ ਵੀ ਪਿੰਨ, ਛੋਟੀਆਂ ਛੋਟੀਆਂ ਪਿੰਨਾਂ ਤੋਂ ਲੈ ਕੇ ਵੱਡੀਆਂ ਵੱਡੀਆਂ ਕਾਰਾਂ ਤੱਕ ਉਹ ਬਣਾਉਂਦੀਆਂ ਸੀਗੀਆਂ। ਇਹਨਾਂ ਦੀ ਇੰਡਸਟਰੀ ਉਹ ਡਿਵੈਲਪ ਸੀਗੀ। ਅੱਗੇ ਵੀ ਸੋਵੀਅਤ ਸਟੇਟ ਇਨਸ਼ੋਰਡ ਏ ਮਿਨੀਮਮ ਸਟੈਂਡਰਡ ਆਫ ਲਿਵਿੰਗ ਫਾਰ ਆਲ ਸਿਟੀਜ਼ਨਜ਼। ਜਿਹੜੀ ਇਹਨਾਂ ਦੀ ਸਟੇਟ ਹੈਗੀ ਉਹ ਸਾਰੇ ਸਿਟੀਜ਼ਨ ਵਾਸਤੇ, ਸਾਰੇ ਨਾਗਰਿਕਾਂ ਵਾਸਤੇ ਮਿਨੀਮਮ ਸਟੈਂਡਰਡ ਆਫ ਲਿਵਿੰਗ ਇਨਸ਼ੋਰ ਕਰਦੀ ਸੀਗੀ, ਤਾਂ ਕਿ ਸਭ ਦਾ ਵਿਕਾਸ ਹੋਵੇ, ਸਭ ਨੂੰ ਬਰਾਬਰ ਰੱਖਿਆ ਜਾਵੇ। ਦ ਗੌਰਮੈਂਟ ਆਫ ਸਬਸਿਡਾਈਜ਼ ਬੇਸਿਕ ਨੀਡਸ ਇੰਕਲੂਡਿੰਗ ਹੈਲਥ, ਚਾਈਲਡ ਕੇਅਰ ਐਂਡ ਵੈਲਫੇਅਰ ਸਕੀਮਜ਼। ਜਿਹੜੀ ਇਹਨਾਂ ਦੀ ਸਰਕਾਰ ਹੈਗੀ ਉਹ ਕੁਝ ਸਬਸਿਡੀਆਂ ਵੀ ਦਿੰਦੀ ਸੀਗੀ। ਤਾਂ ਇਸ ਤੋਂ ਇਲਾਵਾ ਉਹ ਹੈਲਥ ਕੇਅਰ, ਜਿਹੜੀਆਂ ਵੈਲਫੇਅਰ ਸਕੀਮਜ਼ ਉਹ ਵੀ ਦਿੰਦੀ ਸੀ, ਜਿਵੇਂ ਹੈਲਥ ਕੇਅਰ ਹੋ ਗਿਆ, ਬੀਮਾ ਹੋ ਗਿਆ, ਜਿਵੇਂ ਕਿ ਚਾਈਲਡ ਕੇਅਰ ਹੋ ਗਿਆ। ਇਹਦੇ ਲਈ ਕੁਝ ਸਕੀਮਾਂ ਦਿੰਦੀ ਸੀਗੀ ਇੱਥੋਂ ਦੀ ਸਰਕਾਰ। ਹਾਂਜੀ, ਅੱਗੇ ਬੱਚਿਓ, ਜਿਵੇਂ ਲੈਂਡ ਐਂਡ ਪ੍ਰੋਡਕਟਿਵ ਏਸੈਟਸ ਵਰ ਓਨਡ ਐਂਡ ਕੰਟਰੋਲਡ ਬਾਏ ਦ ਸੋਵੀਅਤ ਸਟੇਟਸ। ਇੱਥੋਂ ਦੀ ਸੋਵੀਅਤ ਸਿਸਟਮ ਦੀ ਸਾਰੀ ਜਿਹੜੀ ਲੈਂਡ ਹੈ ਅਤੇ ਪ੍ਰੋਡਕਟਿਵ ਏਸੈਟ ਹੈ ਉਹ ਸਾਰਿਆਂ ਦੇ ਕੰਟਰੋਲ ਸੋਵੀਅਤ ਸਟੇਟ ਦਾ ਸੀ, ਸਰਕਾਰ ਦਾ ਸੀਗਾ। ਸਰਕਾਰੀ ਕੰਟਰੋਲ ਦੇ ਵਿੱਚ ਹੀ ਲੈਂਡ ਸੀਗੀ, ਅਤੇ ਜਾਂ ਜਿਹੜੇ ਹੋਰ ਏਸੈਟ ਹੈ, ਜਿਹੜੇ ਸੰਪੱਤੀਆਂ ਨੇ ਸਰਕਾਰੀ, ਉਹ ਵੀ ਸਰਕਾਰ ਦੇ ਕੰਟਰੋਲ ਸੀ ਪੂਰੀ ਤਰ੍ਹਾਂ। The party refused to recognize the urge of the people in 15 republics. In reality, Russia dominated everything and people from the region felt suppressed. ਜੇ ਕੋਈ ਵੀ ਸਿਟੀਜ਼ਨ ਜਿਹੜੇ 15 ਸਟੇਟਸ ਤੋਂ ਆਉਂਦਾ ਗਾ, ਉਹ ਕੋਈ ਅਰਜ਼ ਲੈ ਕੇ ਆਉਂਦਾ, ਕੋਈ ਫਰੀਡਮ ਸਪੀਚ ਦੀ ਮੰਗ ਕਰਦਾ ਗਾ, ਕੁਝ ਅਟੋਨਮੀ ਦੀ ਗੱਲ ਕਰਦਾ ਗਾ, ਤਾਂ ਉਹਨੂੰ ਪੂਰੀ ਤਰ੍ਹਾਂ ਦਬਾ ਦਿੱਤਾ ਜਾਂਦਾ ਸੀਗਾ। ਉਹਨਾਂ ਨੂੰ ਬਿਲਕੁਲ ਹੀ ਨਕਾਰ ਦਿੱਤਾ ਜਾਂਦਾ ਸੀਗਾ, ਅਤੇ ਉਹਨਾਂ ਨੂੰ ਪੂਰੀ ਤਰ੍ਹਾਂ ਦਬਾ ਕੇ ਰੱਖਿਆ ਜਾਂਦਾ ਸੀਗਾ। ਇਸ ਤੋਂ ਇਲਾਵਾ ਜਿਹੜਾ ਰਸ਼ੀਆ ਹੈ ਉਹ ਡੋਮੀਨੇਟ ਕਰਦਾ ਸੀਗਾ। ਰਸ਼ੀਆ ਦੇ ਵਿੱਚ ਜ਼ਿਆਦਾਤਰ ਇੰਡਸਟਰੀਆਂ ਸੀਗੀਆਂ। ਰਸ਼ੀਆ ਦੇ ਵਿੱਚ ਹੀ ਜਿਹੜਾ ਟਰਾਂਸਪੋਰਟ ਹੈਗਾ ਉਹ ਜ਼ਿਆਦਾ ਵਧੀਆ ਸੀਗਾ। ਰਸ਼ੀਆ ਦੇ ਸ਼ਹਿਰਾਂ ਦਾ ਜ਼ਿਆਦਾ ਵਿਕਾਸ ਹੋ ਰਿਹਾ ਸੀਗਾ। ਇਸ ਕਰਕੇ ਜਿਹੜੇ ਦੂਜੇ ਕੰਟਰੀ ਹੈਗੇ, ਜਾਂ ਸੈਂਟਰਲ ਏਸ਼ੀਆ ਦੇ ਜਾਂ ਈਸਟਰਨ ਯੂਰਪ ਦੇ ਕੰਟਰੀ ਹੈਗੇ, ਉਹ ਸਮਝਦੇ ਸੀ ਕਿ ਸਾਨੂੰ ਸਪਰੈਸ ਕੀਤਾ ਜਾ ਰਿਹਾ, ਸਾਨੂੰ ਦਬਾਇਆ ਜਾ ਰਿਹਾ ਗਾ। ਹਾਂਜੀ, ਇਹ ਸੀਗਾ ਵੀ ਇਹ ਰਸ਼ੀਆ ਦਾ ਜਾਂ ਐਂ ਕਹਿ ਲਓ ਵੀ ਸੋਵੀਅਤ ਸਿਸਟਮ ਸੀਗਾ। ਆਪਾਂ ਸੋਵੀਅਤ ਸਿਸਟਮ ਬਾਰੇ ਪੜ੍ਹਿਆ ਹੈਗਾ ਇਹ ਚੰਗੀ ਤਰ੍ਹਾਂ, ਅਤੇ ਸੋਵੀਅਤ ਸਿਸਟਮ ਇੱਦਾਂ ਦਾ ਸੀਗਾ। ਹਾਂਜੀ, ਅੱਗੇ ਵੱਧਦੇ ਆਂਗੇ। ਫਿਰ 1985 ਦੇ ਵਿੱਚ ਮਿਖਾਇਲ ਗੋਰਬਾਚੋਵ ਇਹਨਾਂ ਦਾ ਜਨਰਲ ਸੈਕਟਰੀ ਬਣ ਜਾਂਦਾ USSR ਦਾ। ਤਾਂ ਮਿਖਾਇਲ ਗੋਰਬਾਚੋਵ ਨੇ ਕੁਝ ਰਿਫੋਰਮ ਲੈ ਕੇ ਆਉਂਦੇ ਸੀਗੇ। ਉਹ ਰਿਫੋਰਮ ਇਸ ਤਰੀਕੇ ਨਾਲ ਲਾਗੂ ਹੋਣਗੇ ਕਿ ਦੇਸ਼ਾਂ ਨੂੰ ਅਲੱਗ ਹੋਣ ਦਾ ਮੌਕਾ ਮਿਲ ਜਾਂਦਾ ਗਾ। ਮਿਖਾਇਲ ਗੋਰਬਾਚੋਵ ਦੇ ਸਮੇਂ ਹੀ ਜਿਹੜਾ USSR ਉਹ ਡਿਸਇੰਟੀਗ੍ਰੇਟ ਹੋਊਗਾ। ਜਿਹੜਾ ਅਗਲਾ ਟੋਪਿਕ ਹੈ ਉਹ ਹੈਗਾ ਗੋਰਬਾਚੋਵ ਐਂਡ ਦਾ ਡਿਸਇੰਟੀਗ੍ਰੇਸ਼ਨ। ਹਾਂਜੀ, ਇਹਦੇ ਕੁਝ ਪੁਆਇੰਟ ਨੇ, ਜਿਵੇਂ ਕਿ
ਮਿਖਾਇਲ ਗੋਰਬਾਚੋਵ ਕੀ ਲੈ ਕੇ ਆਏ ਸੀ, ਰਿਫੋਰਮ ਲੈ ਕੇ ਆਏ ਸੀ, ਕੁਝ ਪੋਲਿਸੀਜ਼ ਲੈ ਕੇ ਆਏ ਸੀ ਤਾਂ ਕਿ ਜਿਹੜਾ USSR ਹੈ ਉਹ ਕੀ ਹੋ ਜੇ, ਉਹਦੀ ਇਕੋਨਮੀ ਰਿਵਾਈਵ ਕਰ ਜੇ, ਉਹ ਸਟਰੋਂਗ ਹੋ ਜੇ, ਤਾਂ ਫਿਰ ਉਹ ਕੀ ਕਰੂਗਾ, ਹੋਰ ਤੇਜ਼ੀ ਦੇ ਨਾਲ USA ਨੂੰ ਕੰਪੀਟ ਕਰੂਗਾ। ਬਟ ਇੱਦਾਂ ਹੋਣਾ ਨਹੀਂ, ਇਹ ਉਲਟਾ ਹੋਊਗਾ। ਹਾਂਜੀ, ਜਿਵੇਂ ਕਿ ਇਹ ਮਿਖਾਇਲ ਗੋਰਬਾਚੋਵ ਹੀ ਬਿਕੇਮ ਦਾ ਜਨਰਲ ਸੈਕਟਰੀ in 1985, ਇਹ 1985 ਦੇ ਵਿੱਚ ਜਨਰਲ ਸੈਕਟਰੀ ਬਣਿਆ USSR ਦਾ। ਇਹਨੇ ਸ਼ੁਰੂ ਕੀਤਾ ਵੀ ਨੋਰਮਲਾਈਜ਼ ਦਾ ਰਿਲੇਸ਼ਨ ਵਿਦ ਵੈਸਟ। ਸਾਰਿਆਂ ਨਾਲੋਂ ਪਹਿਲਾਂ ਤਾਂ ਇਹਨੇ ਕੀ ਹੈ ਵੀ ਵੈਸਟ ਦੇ ਨਾਲ ਰਿਲੇਸ਼ਨ ਆਪਾਂ ਨੋਰਮਲਾਈਜ਼ ਕਰੀਏ। ਜਿਵੇਂ ਕਿ ਨਾ ਜੇ ਆਪਾਂ ਥੋੜ੍ਹਾ ਜਿਹਾ ਪਿੱਛੇ ਚੱਲ ਗਏ ਤਾਂ ਜਿਹੜੀਆਂ ਉਸ ਸਮੇਂ ਓਲੰਪਿਕਸ ਗੇਮ ਹੋਈਆਂ ਸੀ, ਉਹਦੇ ਵਿੱਚ USA ਨੇ ਬੋਇਕਆਟ ਕਰਿਆ ਸੀਗਾ। ਜੇ ਥੋੜ੍ਹਾ ਹੋਰ ਪਿੱਛੇ ਚੱਲੀਏ ਪਿਛਲੇ 5 ਸਾਲ, ਉਹਦੇ ਵਿੱਚ USSR ਨੇ ਓਲੰਪਿਕ ਦਾ ਬਾਈਕਾਟ ਕਰਿਆ ਸੀ। ਉਹ ਲੋਸ ਐਂਜਲਸ ਦੇ ਵਿੱਚ ਹੋਈਆਂ ਸੀ, USSR ਨੇ ਬਾਈਕਾਟ ਕਰਤਾ। ਮਾਸਕੋ ਦੇ ਵਿੱਚ ਹੋਈਆਂ ਸੀ, USA ਨੇ ਬਾਈਕਾਟ ਕਰਤਾ। ਵੈਸੇ ਟਰੇਡ ਵੀ ਨਹੀਂ ਕਰਦੇ ਸੀ ਇੱਕ ਦੂਜੇ ਨਾਲ। ਕਿਊਬਾ ਮਿਜ਼ਾਈਲ ਕ੍ਰਾਈਸਿਸ ਆ ਸੀ, ਉਦੋਂ ਵੀ ਇਹਨਾਂ ਦੇ ਡਿਫਰੈਂਸਿਸ ਵੱਧ ਗਏ ਸੀਗੇ। ਤਾਂ ਕੁਝ ਸਪਾਈ ਨੂੰ ਲੈ ਕੇ ਦਿੱਕਤਾਂ ਸੀ, ਉਦੋਂ ਵੀ ਇਹਨਾਂ ਦੇ ਡਿਫਰੈਂਸਿਸ ਵੱਧ ਗਏ ਸੀਗੇ। ਟਰੇਡ ਨਹੀਂ ਹੋ ਰਿਹਾ ਸੀਗਾ ਬਹੁਤ ਸਾਰੇ ਦੇਸ਼ਾਂ ਦੇ ਨਾਲ, ਇਸ ਕਰਕੇ ਇਹਨਾਂ ਦੀ ਜਿਹੜੀ ਇਕੋਨਮੀ ਆ ਉਹ ਡਿਕਲਾਈਨ ਕਰ ਰਹੀ ਸੀਗੀ। ਤਾਂ ਇਹਨਾਂ ਨੇ ਸਾਰਿਆਂ ਨਾਲੋਂ ਪਹਿਲਾ ਸਟੈਪ ਕੀ ਚੱਕਿਆ ਵੀ ਆਪਾਂ ਵੈਸਟ ਦੇ ਨਾਲ ਜਿਹੜੇ ਰਿਲੇਸ਼ਨ ਹੈਗੇ ਉਹ ਵੈਸਟਰਨ ਯੂਰਪ ਦੇ ਨਾਲ ਅਤੇ USA ਦੇ ਨਾਲ ਆਪਣੇ ਰਿਲੇਸ਼ਨ ਨੋਰਮਲਾਈਜ਼ ਕਰੀਏ, ਟਰੇਡ ਵਧਾਈਏ, ਤਾਂ ਉਹ USSR ਦਾ ਵੀ ਫਾਇਦਾ ਹੋਊਗਾ। ਫਿਰ ਗੌਰਮੈਂਟ ਅਕਾਊਂਟੇਬਿਲਿਟੀ ਸਟਾਰਟ ਕਰੀਏ। ਪਹਿਲਾਂ ਜਿਹੜੀ ਕੋਈ ਵੀ ਘਟਨਾ ਹੁੰਦੀ ਸੀ ਜਾਂ ਕੋਈ ਵੀ ਗਲਤੀ ਹੁੰਦੀ ਸੀ, ਉਹਦੇ ਲਈ ਸਰਕਾਰ ਜ਼ਿੰਮੇਵਾਰੀ ਨਹੀਂ ਲੈਂਦੀ ਸੀ, ਸਰਕਾਰ ਉੱਤਰਦਾਈ ਨਹੀਂ ਸੀਗੀ। ਇਹਨਾਂ ਨੇ ਗੌਰਮੈਂਟ ਅਕਾਊਂਟੇਬਿਲਿਟੀ ਸ਼ੁਰੂ ਕੀਤੀ। ਹਾਂਜੀ, ਫਿਰ ਇੰਟਰੋਡਿਊਸ ਦਾ ਡੈਮੋਕਰੇਸੀ ਐਂਡ ਰਿਫੋਰਮ ਦਾ ਸੋਵੀਅਤ ਯੂਨੀਅਨ ਨੂੰ, ਇਹਨਾਂ ਨੇ ਸੋਵੀਅਤ ਯੂਨੀਅਨ ਨੂੰ ਰਿਫੋਰਮ ਕਰਨਾ ਸ਼ੁਰੂ ਕੀਤਾ ਅਤੇ ਕੁਝ ਡੈਮੋਕਰੇਟਿਕ ਇੰਸਟੀਟਿਊਸ਼ਨਾਂ ਇੰਟਰੋਡਿਊਸ ਕਰੀਆਂ। ਹਾਂਜੀ, ਡੈਮੋਕਰੇਸੀ ਨੂੰ ਇੰਟਰੋਡਿਊਸ ਕਰਨਾ ਸ਼ੁਰੂ ਕੀਤਾ। ਜਿਵੇਂ ਕਿ ਆਹ ਬੱਚੇ ਹੋ ਰਹੇ ਸੀ, ਗੌਰਮੈਂਟ ਅਕਾਊਂਟੇਬਿਲਿਟੀ ਸ਼ੁਰੂ ਕੀਤੀ ਅਤੇ ਇਹਨਾਂ ਨੇ ਕੁਝ ਡੈਮੋਕਰੇਸੀ ਲੈ ਕੇ ਆਉਂਦੀ ਅਤੇ ਸੋਵੀਅਤ ਯੂਨੀਅਨ ਨੂੰ ਰਿਫੋਰਮ ਕਰਨਾ ਸਟਾਰਟ ਕੀਤਾ। ਅੱਗੇ ਹੈਗਾ ਇੰਟਰੋਡਿਊਸ ਦਾ ਪੋਲਿਸੀ ਲਾਈਕ ਪ੍ਰੈਸਟਰੋਇਕਾ ਐਂਡ ਗਲਾਸਨੋਸਟ। ਇਹਨਾਂ ਨੇ ਇਹੀ ਦੋ ਪੋਲਿਸੀਆਂ ਲੈ ਕੇ ਆਉਂਦੀਆਂ ਸੀਗੀਆਂ ਰਿਫੋਰਮ ਦੇ ਵਿੱਚ। ਇੱਕ ਪ੍ਰੈਸਟਰੋਇਕਾ ਸੀ, ਇਹ ਰਸ਼ੀਅਨ ਵਰਡ ਹੈ ਵੀ, ਇੱਕ ਪ੍ਰੈਸਟਰੋਇਕਾ ਸੀ ਐਂਡ ਗਲਾਸਨੋਸਟ ਸੀ। ਪ੍ਰੈਸਟਰੋਇਕਾ ਦਾ ਮਤਲਬ ਹੁੰਦਾ ਰੀਸਟਰਕਚਰਿੰਗ ਵੀ ਜਿਹੜਾ ਆਪਣਾ ਸਿਸਟਮ ਹੈਗਾ ਗਾ ਉਹਨੂੰ ਆਪਾਂ ਰੀਸਟਰਕਚਰ ਕਰਨਾ ਗਾ, ਉਹਨੂੰ ਆਪਾਂ ਦੁਬਾਰਾ ਬਣਾਉਣਾ ਗਾ। ਆਪਾਂ ਡੈਮੋਕਰੇਸੀ ਲੈ ਕੇ ਆਉਣੀ ਹੈਗੀ, ਆਪਾਂ ਬਿਊਰੋਕਰੇਸੀ ਜਿਹੜੀ ਕਰਪਟ ਹੋ ਚੁੱਕੀ ਹੈ ਉਹਨੂੰ ਚੇਂਜ ਕਰਨਾ ਗਾ, ਤਾਂ ਆਪਾਂ ਵੈਸਟਰਨ ਰਿਲੇਸ਼ਨ ਵਧੀਆ ਬਣਾਉਣੇ ਹੈਗੇ। ਇਹ ਰੀਸਟਰਕਚਰਿੰਗ ਦਾ ਹਿੱਸਾ ਸੀਗਾ। ਗਲਾਸਨੋਸਟ ਦਾ ਮਤਲਬ ਹੁੰਦਾ ਓਪਨਨੈਸ। ਓਪਨਨੈਸ ਮਤਲਬ ਕਿ ਜਿਹੜੀ ਕਰਪਸ਼ਨ ਹੈਗੀ ਉਹਨੂੰ ਘੱਟ ਕਰਨਾ ਗਾ, ਵੀ ਫਰੀਡਮ ਆਫ ਸਪੀਚ ਦੇ ਦੇਣੀ ਹੈ, ਇਲੈਕਸ਼ਨ ਕਰਵਾਉਣੇ ਹੈ। ਤਾਂ ਇੱਦਾਂ ਕੀ ਹੈਗਾ, ਗਲਾਸਨੋਸਟ ਨੂੰ ਇੰਪਲੀਮੈਂਟ ਕਰਨਾ ਗਾ ਅਤੇ ਇਹਦੇ ਨਾਲ ਜਿਹੜੇ ਸਿਟੀਜ਼ਨ ਹੈਗੇ ਉਹ ਕਾਫੀ ਹੱਦ ਤੱਕ ਸ਼ਾਂਤ ਹੋ ਜਾਣਗੇ, ਉਹ USSR ਨੂੰ ਪਿਆਰ ਕਰਨਗੇ ਅਤੇ USSR ਦੁਬਾਰਾ ਤਰੱਕੀ ਕਰਨੀ ਸ਼ੁਰੂ ਕਰ ਦੂਗਾ। ਹਾਂਜੀ, ਇਹੀ ਜਿਹੜੀ ਜੋ ਪੋਲਿਸੀ ਸੀਗੀਆਂ, ਜੋ ਰਿਫੋਰਮ ਸੀਗੇ ਜਿਹੜੇ ਲਾਗੂ ਕਰਨੇ ਸੀਗੇ, ਅਤੇ ਇਹ ਇਸ ਤਰੀਕੇ ਨਾਲ ਲਾਗੂ ਹੋਣਗੇ, ਫਰੀਡਮ ਆਫ ਸਪੀਚ ਇਸ ਤਰ੍ਹਾਂ ਮਿਲੂਗੀ ਲੋਕਾਂ ਨੂੰ। ਤਾਂ ਜਿਹੜੇ ਈਸਟਰਨ ਯੂਰਪੀਅਨ ਕੰਟਰੀ ਜਿਵੇਂ ਲੈਟਵੀਆ ਅਤੇ ਜਾਂ ਹੋਰ ਬੇਲਾਰੂਸ ਵਰਗੇ ਕੰਟਰੀ ਹੋਣਗੇ, ਉਹ ਕੀ ਆ ਉਹਦੀ ਇੰਡੀਪੈਂਡੈਂਸ ਦੀ ਡਿਮਾਂਡ ਉਠਾ ਦੇਣਗੇ, ਉਹਨੂੰ ਫਰੀਡਮ ਆਫ ਸਪੀਚ ਮਿਲ ਗਿਆ। ਤਾਂ ਫਿਰ ਰੈੱਡ ਆਰਮੀ ਉਹਨਾਂ ਨੂੰ ਦਬਾਉਂਦੀ ਨਹੀਂ ਹੈਗੀ, ਇਸ ਕਰਕੇ ਕੀ ਆ ਉਹ ਹੌਲੀ ਹੌਲੀ ਇੱਕ ਦੂਜੇ USSR ਤੋਂ ਵੱਖ ਹੋਣੇ ਸ਼ੁਰੂ ਹੋ ਜਾਣਗੇ, USSR ਤੋਂ ਆਜ਼ਾਦ ਹੋਣੇ ਸ਼ੁਰੂ ਹੋ ਜਾਣਗੇ ਅਤੇ USSR ਟੁੱਟਣਾ ਸ਼ੁਰੂ ਹੋ ਜਾਊਗਾ। ਅਤੇ ਇਹ ਮੇਨ ਕਾਰਨ ਬਣਿਆ ਨਾ ਗਲਾਸਨੋਸਟ ਨੂੰ। ਅੱਗੇ ਵੀ ਆਫਟਰ ਇੰਟਰੋਡਿਊਸਿੰਗ ਰਿਫੋਰਮ ਈਸਟਰਨ ਯੂਰਪ ਕੰਟਰੀ ਡਿਮਾਂਡ ਫਾਰ ਇੰਡੀਪੈਂਡੈਂਸ। ਜਦੋਂ ਇਹ ਰਿਫੋਰਮ ਇੰਪਲੀਮੈਂਟ ਕੀਤੇ, ਇਹ ਇੰਪਲੀਮੈਂਟ ਜਾਂ ਤਾਂ ਤੇਜ਼ੀ ਨਾਲ ਕਰਤੇ ਜਾਂ ਇੰਪਲੀਮੈਂਟ ਸਹੀ ਤਰੀਕੇ ਨਾਲ ਨਹੀਂ ਕੀਤੇ ਗਏ, ਅਤੇ ਇਹਦੇ ਨਾਲ ਕੀ ਹੈਗਾ, ਈਸਟਰਨ ਯੂਰਪੀਅਨ ਕੰਟਰੀਆਂ ਜਿਹਨਾਂ ਨੂੰ ਦਬਾ ਕੇ ਰੱਖਿਆ ਗਿਆ ਸੀ, ਜਿਹਨਾਂ ਨੂੰ ਫਰੀਡਮ ਸਪੀਚ ਹੈ ਹੀ ਨਹੀਂ ਸੀ, ਡੈਮੋਕਰੇਟਿਕ ਰਾਈਟ ਹੈ ਹੀ ਨਹੀਂ ਸੀਗੇ, ਉਹ ਉਹਨਾਂ ਨੂੰ ਮਿਲ ਗਏ। ਇਹਨਾਂ ਨੇ ਆਪਦੀ ਆਜ਼ਾਦੀ ਦੀ ਮੰਗ ਹੀ ਉਠਾਤੀ, ਉਹਨਾਂ ਨੇ ਆਪਦੀ ਆਜ਼ਾਦੀ ਦੀ ਮੰਗ ਉਠਾਤੀ, ਤਾਂ ਉਹ ਹੁਣ ਇੱਕ ਦੂਜੇ ਤੋਂ USSR ਤੋਂ ਟੁੱਟਣੇ ਸ਼ੁਰੂ ਹੋ ਜਾਣਗੇ। ਹਾਂਜੀ, ਅੱਗੇ ਬੋਰਿਸ ਜੈਲਸਟਨ ਐਮਰਜਡ ਐਜ਼ ਦਾ ਨੈਸ਼ਨਲ ਹੀਰੋ ਇਨ ਰਸ਼ੀਆ। ਦੇਖੋ, ਜਦੋਂ ਇਹ ਇੰਟਰੋਡਿਊਸ ਕੀਤੇ ਜਾ ਰਹੇ ਸੀ 1999 ਦੇ ਵਿੱਚ ਬਰਲਿਨ ਵਾਲ ਫਾਲ ਹੋ ਜਾਂਦੀ ਹੈ, ਅਤੇ ਬਰਲਿਨ ਵਾਲ ਨੂੰ ਹੀ ਸਿੰਬਲ ਮੰਨਿਆ ਜਾਂਦਾ ਗਾ USSR ਦੇ ਡਿਸਇੰਟੀਗ੍ਰੇਸ਼ਨ ਦਾ। ਜਿਹੜੀ ਬਰਲਿਨ ਵਾਲ ਹੈਗੀ ਉਹ 1999 ਦੇ ਵਿੱਚ ਫਾਲ ਆਊਟ ਹੋਈ ਸੀਗੀ। ਜਿਹੜੀ ਬਰਲਿਨ ਵਾਲ ਹੈ, ਜਰਮਨੀ ਨੂੰ ਦੋ ਹਿੱਸਿਆਂ 'ਚ ਵੰਡਤਾ ਸੀਗਾ, ਈਸਟ ਜਰਮਨੀ ਅਤੇ ਵੈਸਟ ਜਰਮਨੀ, ਅਤੇ ਉਹਦੀ ਰਾਜਧਾਨੀ ਸੀ ਬਰਲਿਨ, ਉਹਨੂੰ ਵੀ ਦੋ ਹਿੱਸਿਆਂ 'ਚ ਵੰਡਤਾ ਸੀਗਾ, ਈਸਟ ਬਰਲਿਨ ਅਤੇ ਵੈਸਟ ਬਰਲਿਨ। ਉਹਦੇ ਵਿਚਕਾਰ ਇੱਕ ਕੰਧ ਕੱਢਤੀ ਸੀ, ਬਰਲਿਨ ਵਾਲ ਬੋਲਦੇ ਸੀ ਉਹਨੂੰ। ਉਹ ਬਰਲਿਨ ਵਾਲ ਨੂੰ ਵੀ ਢਾਹ ਤਾ ਸੀਗਾ, ਅਤੇ ਜਰਮਨੀ ਦਾ ਯੂਨੀਫਿਕੇਸ਼ਨ ਹੋ ਗਿਆ ਸੀਗਾ। ਤਾਂ ਉਹਨੂੰ ਸਿੰਬਲ ਮੰਨਿਆ ਜਾਂਦਾ 1999 'ਚ ਹੋਇਆ ਸੀ। ਇਸ ਤੋਂ ਬਾਅਦ ਬਹੁਤ ਸਾਰੇ ਈਸਟਰਨ ਯੂਰਪ ਦੇ ਕੰਟਰੀ ਆ ਜਿਹੜੇ ਉਹ USSR ਤੋਂ ਆਜ਼ਾਦੀ ਦੀ ਮੰਗ ਕਰਨ ਲੱਗ ਗਏ ਸੀ। ਬਟ ਜਿਹੜੇ ਸੈਂਟਰਲ ਏਸ਼ੀਆ ਦੀ ਕੰਟਰੀ ਸੀ ਜਿਵੇਂ ਕਜ਼ਾਕਿਸਤਾਨ, ਉਜ਼ਬੇਕਿਸਤਾਨ, ਕਿਰਗਿਸਤਾਨ, ਤਾਜਿਕਸਤਾਨ, ਇਹ ਦੇਸ਼ ਨਹੀਂ ਚਾਹੁੰਦੇ ਸੀਗੇ USSR ਤੋਂ ਅਲੱਗ ਹੋਣਾ, ਇਹ ਚਾਹੁੰਦੇ ਸੀ ਅਸੀਂ USSR ਨਾਲ ਜੁੜੇ ਹੀ ਰਹਿਣਾ ਚਾਹੁੰਦੇ ਹੈਗੇ। ਤਾਂ ਉਹ ਬਰਲਿਨ ਵਾਲ ਨੂੰ ਸਿੰਬਲ ਮੰਨਿਆ ਜਾਂਦਾ ਹੈ। ਇਸ ਤੋਂ ਬਾਅਦ ਇਹ ਤੇਜ਼ੀ ਨਾਲ ਕੀ ਹੈ, ਟੁੱਟਣਾ ਸ਼ੁਰੂ ਹੋ ਜੂਗਾ ਅਤੇ 1991 'ਚ ਕੰਪਲੀਟਲੀ ਟੁੱਟ ਜੂਗਾ।
ਤਾਂ ਫਿਰ ਰਸ਼ੀਆ ਵੀ ਅਲੱਗ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਰਸ਼ੀਆ ਵੀ ਚਾਹੁੰਦਾ ਸੀਗਾ ਕਿ ਮੈਂ USSR ਦਾ ਹਿੱਸਾ ਨਹੀਂ ਰਹਿਣਾ। ਤਾਂ ਉੱਥੇ ਇੱਕ ਲੀਡਰ ਸੀ ਬੋਰਿਸ ਜੈਲਸਟਿਨ। ਤਾਂ ਬੋਰਿਸ ਜੈਲਸਟਿਨ ਮੂਵਮੈਂਟ ਚਲਾਉਂਦਾ ਗਾ, USSR ਦੇ ਖਿਲਾਫ ਆਉਂਦਾ। ਉਹ ਇੱਕ ਹੀਰੋ ਦੀ ਤਰ੍ਹਾਂ ਉੱਭਰਦਾ ਗਾ ਅਤੇ ਉਹਨੇ ਇੱਕ ਕੂਹ ਕਰਨ ਦੀ ਕੋਸ਼ਿਸ਼ ਕੀਤੀ, ਇੱਕ ਤਖ਼ਤਾ ਪਲਟ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਉਸ ਤੋਂ ਪਹਿਲਾਂ ਹੀ ਜਿਹੜੀ ਰੈੱਡ ਆਰਮੀ ਹੈ ਉਹ ਬਚਾ ਲੂਗੀ, ਉਹ ਤਖ਼ਤਾ ਪਲਟ ਨਹੀਂ ਹੋਣ ਦੇਊਗੀ ਮਿਖਾਇਲ ਗੋਰਬਾਚੋਵ ਦਾ। ਉਸ ਤੋਂ ਬਾਅਦ ਜਿਹੜਾ ਰਸ਼ੀਆ ਹੈਗਾ ਉਹਦੇ ਵਿੱਚ ਇਲੈਕਸ਼ਨ ਹੁੰਦੇ ਹੈਗੇ, ਰਸ਼ੀਆ ਵੀ ਅੱਡ ਹੋ ਜਾਂਦਾ ਹੈਗਾ, ਆਜ਼ਾਦ ਹੋ ਜਾਂਦਾ ਇਹਦੇ ਤੋਂ। ਅਤੇ ਉੱਥੇ ਇਲੈਕਸ਼ਨ ਹੁੰਦੇ ਆ ਅਤੇ ਜਿਹੜਾ ਪਹਿਲਾ ਪ੍ਰੈਜ਼ੀਡੈਂਟ ਆ ਉਹ ਬਣਦਾ ਬੋਰਿਸ ਜੈਲਸਟਨ ਬਣਦਾ ਗਾ। ਹਾਂਜੀ। ਤਾਂ 1991 ਦੇ ਵਿੱਚ ਜਿਹੜਾ ਇਹ ਪੂਰੀ ਤਰ੍ਹਾਂ ਕੀ ਹੋ ਗਿਆ ਸੀ, USSR ਟੁੱਟ ਗਿਆ ਸੀ ਅਤੇ ਸਾਰੇ ਦੇਸ਼ਾਂ ਨੂੰ ਆਜ਼ਾਦੀ ਮਿਲ ਗਈ ਸੀ। ਇਸ ਤੋਂ ਬਾਅਦ ਕੁਝ ਦੇਸ਼ਾਂ ਨੇ ਇਕੱਠੇ ਹੋ ਕੇ CIS ਬਣਾਇਆ ਸੀ, ਕਾਮਨਵੈਲਥ ਆਫ ਇੰਡੀਪੈਂਡੈਂਟ ਸਟੇਟਸ। ਇਹ ਕੁਝ ਦੇਸ਼ਾਂ ਨੇ ਬਣਾਇਆ ਸੀ, 9 ਕੁ ਦੇਸ਼ ਸ਼ਾਇਦ ਇਹਦੇ 'ਚ ਮੈਂਬਰ ਹੈਗੇ। ਹਾਂ ਬੱਚਿਓ, ਇਹ ਸੀ ਗੋਰਬਾਚੋਵ ਐਂਡ ਦਾ ਡਿਸਇੰਟੀਗ੍ਰੇਸ਼ਨ। ਅੱਗੇ ਵੱਧਦੇ ਹਾਂ ਬੱਚਿਓ, ਅੱਗੇ ਵੱਧਦੇ ਹਾਂ ਆਪਾਂ। ਹਾਂਜੀ, ਅਗਲਾ ਟੌਪਿਕ ਹੈ ਵਿੱਚੋਂ, ਵਾਈ ਡਿਡ ਦਾ ਸੋਵੀਅਤ ਯੂਨੀਅਨ ਡਿਸਇੰਟੀਗ੍ਰੇਟ। ਵੀ ਜਿਹੜਾ ਇੰਨੀ ਵੱਡੀ ਮਹਾਂਸ਼ਕਤੀ ਸੀ, ਜਿਹੜੀ USA ਨੂੰ ਕੰਪੀਟ ਕਰ ਰਹੀ ਸੀ, ਜਿਹੜੇ 15 ਦੇਸ਼ ਮਿਲ ਕੇ ਕੰਮ ਕਰ ਰਹੇ ਸੀ, ਉਹ ਡਿਸਇੰਟੀਗ੍ਰੇਟ ਕਿਉਂ ਹੋ ਗਏ? ਕੀ ਕਾਰਨ ਬਣ ਗਿਆ ਕਿ ਉਹਨੂੰ ਟੁੱਟਣਾ ਪੈ ਗਿਆ? ਤਾਂ ਇਹਦੇ ਬਹੁਤ ਸਾਰੇ ਕਾਰਨ ਹੈਗੇ, ਉਹ ਆਪਾਂ ਕਰਦੇ ਹੈਗੇ। ਜਿਵੇਂ ਪਹਿਲਾ ਕਾਰਨ ਹੈ ਇੰਟਰਨਲ ਵੀਕਨੈਸ ਆਫ ਦਾ ਸੋਵੀਅਤ ਪੋਲੀਟੀਕਲ ਐਂਡ ਇਕਨੋਮਿਕ ਇੰਸਟੀਟਿਊਸ਼ਨਜ਼। ਇਹਦੀਆਂ ਜਿਹੜੀਆਂ ਇਕਨੋਮਿਕ ਇੰਸਟੀਟਿਊਸ਼ਨਾਂ ਸੀਗੀਆਂ ਜਾਂ ਇਹਦਾ ਪੋਲੀਟੀਕਲ ਸਿਸਟਮ ਸੀਗਾ, ਡਿਊਮਾ ਸੀ ਜਾਂ ਹੋਰ ਰਾਜਨੀਤਿਕ ਇੰਸਟੀਟਿਊਸ਼ਨਾਂ ਸੀ, ਉਹ ਪੂਰੀ ਤਰ੍ਹਾਂ ਇੰਟਰਨਲੀ ਵੀਕ ਸੀ, ਉਹ ਪੂਰੀ ਤਰ੍ਹਾਂ ਵੀਕ ਸੀਗੀਆਂ। ਅਗਲਾ ਪੁਆਇੰਟ, ਯੂਨੀਅਨ ਫੇਲਡ ਟੂ ਮੀਟ ਦਾ ਐਸਪੀਰੇਸ਼ਨ ਆਫ ਦਾ ਪੀਪਲ। ਜਿਹੜੇ ਪੀਪਲ ਦੀਆਂ ਇੱਛਾਵਾਂ ਸੀਗੀਆਂ ਉਹਨਾਂ ਨੂੰ ਦੇਣ ਦੇ ਵਿੱਚ ਜਿਹੜਾ USSR ਹੈਗਾ ਉਹ ਫੇਲ ਹੋ ਗਿਆ। ਅੱਗੇ, ਇਕਨੋਮਿਕ ਸਟੈਗਨੇਸ਼ਨ ਫਾਰ ਮੈਨੀ ਈਅਰਸ। ਦੇਖੋ ਬੱਚਿਓ, ਜਿਹੜੀ ਇਹਦੀ ਇਕੋਨਮੀ ਹੈ ਉਹ ਕਾਫੀ ਸਾਲਾਂ ਤੋਂ ਅੱਗੇ ਨਹੀਂ ਵੱਧ ਰਹੀ ਸੀ। ਇਹਨਾਂ ਦੀ GDP ਗਰੋਥ ਹੈ ਉਹ ਬਿਲਕੁਲ ਅੱਗੇ ਨਹੀਂ ਵੱਧ ਰਹੀ ਸੀ, ਸਗੋਂ ਮਾਈਨਸ ਦੇ ਵਿੱਚ ਚਲੀ ਗਈ ਸੀ, ਘੱਟ ਚੱਲ ਰਹੀ ਸੀਗੀ। ਉਹ ਗਰੋਥ ਹੋ ਹੀ ਨਹੀਂ ਰਹੀ ਸੀ। ਜਦੋਂ ਅਫਗਾਨਿਸਤਾਨ ਵਾਰ ਸ਼ੁਰੂ ਹੋ ਜਾਂਦਾ ਗਾ 1989 ਤੋਂ 99 ਦੌਰਾਨ, ਇਹਨਾਂ ਦੀ ਜਿਹੜੀ ਬਹੁਤ ਸਾਰਾ ਪੈਸਾ, ਬਹੁਤ ਸਾਰੇ ਹਥਿਆਰ, ਬਹੁਤ ਸਾਰਾ ਮੈਨ ਪਾਵਰ ਕਿੱਧਰ ਚਲਾ ਗਿਆ? ਅਫਗਾਨਿਸਤਾਨ ਵੱਲ ਚਲਾ ਗਿਆ। ਇਸ ਤੋਂ ਇਲਾਵਾ ਆਰਮ ਰੇਸ ਚੱਲ ਰਹੀ ਸੀ, ਇਸ ਤੋਂ ਇਲਾਵਾ ਨਿਊਕਲੀਅਰ ਵੈਪਨਾਂ ਦੀ ਰੇਸ ਚੱਲ ਰਹੀ ਸੀ। ਤਾਂ ਇਹਦੇ ਵਿੱਚ ਬਹੁਤ ਸਾਰਾ ਪੈਸਾ ਜਿਹੜਾ USSR ਦਾ ਅਜਾਈ ਜਾ ਰਿਹਾ ਸੀਗਾ, ਜਿਹੜਾ ਕਿ ਡਿਵੈਲਪਮੈਂਟ 'ਤੇ ਖਰਚ ਹੋਣਾ ਚਾਹੀਦਾ ਸੀ। ਤਾਂ ਇਹਨਾਂ ਦੀ ਜਿਹੜੀ GDP ਗਰੋਥ ਰੇਟ ਹੈਗੀ ਉਹ ਨੈਗੇਟਿਵ ਚਲੀ ਗਈ ਸੀ। ਤਾਂ ਇਕਨੋਮਿਕਲੀ ਜਿਹੜੀ ਸਟੈਗਨੇਸ਼ਨ ਪੈਦਾ ਹੋ ਗਿਆ ਸੀਗਾ, ਅੱਗੇ ਨਹੀਂ ਵੱਧ ਰਿਹਾ ਸੀ USSR। ਅੱਗੇ ਸਵੇਅਰ ਕੰਜ਼ਿਊਮਰ ਸ਼ਾਰਟੇਜ, ਇੱਥੇ ਜਿਹੜੀ ਭੋਜਨ ਦੀ ਉਹ ਕਮੀ ਹੋ ਗਈ ਸੀਗੀ। ਹੋਰ ਵੀ ਜਿਹੜੀਆਂ ਲੋੜੀਂਦੀਆਂ ਚੀਜ਼ਾਂ ਸੀ ਉਹ ਵੀ ਇੱਥੇ ਨਹੀਂ ਮਿਲ ਰਹੀਆਂ ਸੀ। ਅੱਗੇ, ਸੋਵੀਅਤ ਇਕੋਨਮੀ ਯੂਜ਼ਡ ਮੱਚ ਆਫ ਇਟਸ ਰਿਸੋਰਸਿਜ ਇਨ ਮੇਨਟੇਨਿੰਗ ਏ ਨਿਊਕਲੀਅਰ ਐਂਡ ਮਿਲਟਰੀ ਆਰਸਨਲ ਐਂਡ ਡਿਵੈਲਪਮੈਂਟ ਦਾ ਸੈਟੇਲਾਈਟਸ। ਜਿਹੜੀ ਸੋਵੀਅਤ ਇਕੋਨਮੀ ਉਹ ਜ਼ਿਆਦਾ ਖਰਚਾ ਕਿੱਧਰ ਕਰ ਰਹੀ ਸੀਗੀ? ਜਾਂ ਤਾਂ ਹਥਿਆਰ ਬਣਾਉਣ 'ਤੇ ਕਰ ਰਹੀ ਸੀਗੀ, ਜਾਂ ਸਪੇਸ ਦੇ ਵਿੱਚ ਸੈਟੇਲਾਈਟ ਭੇਜਣ ਦੇ ਵਿੱਚ ਕਰ ਰਹੀ ਸੀਗੀ, ਅਤੇ ਜਾਂ ਮਿਲਟਰੀ ਨੂੰ ਮੇਨਟੇਨ ਕਰਨ ਦੇ ਲਈ ਕਰ ਰਹੀ ਸੀਗੀ। ਇੱਧਰ ਜ਼ਿਆਦਾ ਖਰਚਾ ਕਰ ਰਹੀ ਸੀ, ਆਪਦੀ ਡਿਵੈਲਪਮੈਂਟ ਵੱਲ ਕੋਈ ਖਰਚਾ ਨਹੀਂ। ਸੜਕਾਂ ਬਣਾਉਣ ਲਈ, ਪੁਲ ਬਣਾਉਣ ਲਈ ਜਾਂ ਡੈਮ ਬਣਾਉਣ ਲਈ ਇਹਦੇ ਲਈ ਕੋਈ ਵੀ ਖਰਚਾ ਨਹੀਂ ਕਰ ਰਹੀ ਸੀ। ਆਰਡੀਨਰੀ ਸਿਟੀਜ਼ਨ ਨੋ ਅਬਾਊਟ ਦਾ ਇਕਨੋਮਿਕ ਐਡਵਾਂਸ ਆਫ ਦਾ ਵੈਸਟ ਐਂਡ ਸੋਵੀਅਤ ਯੂਨੀਅਨ ਬੈਕਵਰਡ। ਤਾਂ ਜਿਹੜੇ ਆਰਡੀਨਰੀ ਪੀਪਲ ਹੈ ਉਹ ਥੋੜ੍ਹੇ ਜਿਹੇ ਨੌਲੇਜੇਬਲ ਹੋ ਗਏ ਸੀਗੇ। ਉਹ ਇਹ ਜਾਣ ਕੇ ਜਿਹੜਾ ਵੈਸਟ ਦਾ ਸਿਸਟਮ ਹੈਗਾ ਉਹ ਜ਼ਿਆਦਾ ਵਧੀਆ ਹੈਗਾ, ਅਤੇ ਅਸੀਂ ਕੀ ਆ, ਸੋਵੀਅਤ ਕੀ ਹੈਗਾ, ਸੋਵੀਅਤ ਸਿਸਟਮ ਕੀ ਹੈਗਾ, ਉਹ ਬੈਕਵਰਡ ਹੈਗਾ, ਅਤੇ ਉਹ ਵੈਸਟ ਨੂੰ ਕਦੇ, ਵੈਸਟ ਦੀ ਟੈਕਨੋਲੋਜੀ ਨੂੰ ਕਦੇ ਵੀ ਮੈਚ ਨਹੀਂ ਕਰ ਸਕਦਾ ਜਿਹੜੇ ਤਰੀਕੇ ਨਾਲ ਉਹ ਚੱਲ ਰਿਹਾ ਹੈਗਾ। ਇਹ ਸਿਟੀਜ਼ਨ ਜਾਣ ਗਏ ਸੀਗੇ। ਹਾਂਜੀ। ਫਿਰ ਕਮਿਊਨਿਸਟ ਪਾਰਟੀ ਵਾਜ਼ ਨਾਟ ਅਕਾਊਂਟੇਬਲ ਟੂ ਦਾ ਪੀਪਲ। ਕਮਿਊਨਿਸਟ ਪਾਰਟੀ ਇੱਕ ਸਿੰਗਲ ਪਾਰਟੀ ਸਿਸਟਮ ਸੀਗਾ, ਇੱਥੇ ਇਕੱਲੀ ਕਮਿਊਨਿਸਟ ਪਾਰਟੀ ਸੀ। ਕਮਿਊਨਿਸਟ ਪਾਰਟੀ ਬਿਲਕੁਲ ਅਕਾਊਂਟੇਬਲ ਨਹੀਂ ਸੀ, ਬਿਲਕੁਲ ਵੀ ਜਵਾਬਦੇਹ ਨਹੀਂ ਸੀ। ਜੇ ਰਸ਼ੀਆ ਨੇ ਮੰਨ ਲਓ ਜਾਂ ਮਤਲਬ USSR ਨੇ ਅਫਗਾਨਿਸਤਾਨ 'ਤੇ ਹਮਲਾ ਕਰਤਾ, ਉਹਨੇ ਕਿਉਂ ਹਮਲਾ ਕੀਤਾ ਤਾਂ ਕਿਸੇ ਨੇ ਜਵਾਬ ਨਹੀਂ ਦੇਣਾ ਉਹਨੇ। ਜਾਂ ਹੋਰ ਕਿਸੇ ਦੇਸ਼ 'ਤੇ ਹਮਲਾ ਕਰਤਾ, ਕਿਊਬਾ ਦੇ ਵਿੱਚ ਮਿਜ਼ਾਈਲ ਕ੍ਰਾਈਸਿਸ ਖੜ੍ਹਾ ਕਰਤਾ, ਉਹਦਾ ਕਿਸੇ ਨੂੰ ਜਵਾਬ ਨਹੀਂ ਦੇਣਾ ਉਹਨੇ। ਇਸ ਕਰਕੇ ਇਹਨਾਂ ਦੇ ਵਿੱਚ ਜਿਹੜੇ ਇਹਦੇ ਨਾਗਰਿਕ ਹੈਗੇ ਉਹ ਇਸ ਗੱਲੋਂ ਵੀ ਨਾਰਾਜ਼ ਸੀਗੇ ਕਿ ਦੇਸ਼ ਦੇ ਵਿੱਚ ਕੀ ਹੋ ਰਿਹਾ ਉਹਦਾ ਜਵਾਬ ਕਿਸੇ ਨੂੰ ਦੇਣਾ ਚਾਹੀਦਾ, ਪਰ ਕਮਿਊਨਿਸਟ ਪਾਰਟੀ ਕਿਸੇ ਨੂੰ ਕੋਈ ਜਵਾਬ ਦੇਣਾ ਨਹੀਂ ਚਾਹੁੰਦੀ ਸੀ। ਅੱਗੇ ਵੀ ਕਰਪਟ ਬਿਊਰੋਕਰੇਸੀ, ਕਿਉਂਕਿ ਇਹਦਾ ਸਿਸਟਮ ਹੈ ਨਾ ਪੂਰੀ ਤਰ੍ਹਾਂ ਬਿਊਰੋਕਰੈਟਿਕ ਸੀਗਾ, ਅਥੋਰੀਟੇਰੀਅਨ ਸੀਗਾ, ਅਤੇ ਜਿਹੜੀ ਬਿਊਰੋਕਰੇਸੀ ਸੀਗੀ ਉਹਨਾਂ ਕੋਲ ਜ਼ਿਆਦਾ ਪ੍ਰਿਵਿਲੇਜ ਸੀਗੀ, ਅਤੇ ਉਹ ਕਰਪਟ ਹੋ ਚੁੱਕੇ ਸੀ ਪੂਰੀ ਤਰ੍ਹਾਂ, ਉਹ ਪੂਰੀ ਤਰ੍ਹਾਂ ਲੁੱਟ ਰਹੇ ਸੀ ਦੇਸ਼ ਨੂੰ। ਪਾਰਟੀ ਬਿਊਰੋਕਰੇਟਸ ਗੇਨਡ ਮੋਰ ਪ੍ਰਿਵਿਲੇਜ ਦੈਨ ਦਾ ਆਰਡੀਨਰੀ ਸਿਟੀਜ਼ਨ। ਜਿਹੜੇ ਪਾਰਟੀ ਬਿਊਰੋਕਰੇਟ ਹੈਗੇ ਉਹੀ ਜ਼ਿਆਦਾ ਪ੍ਰਿਵਿਲੇਜ ਲੈਂਦੇ ਸੀਗੇ, ਉਹ ਜਾਂ ਅੱਗੇ ਰਹਿੰਦੇ ਸੀ ਹਰੇਕ ਚੀਜ਼ ਦੇ ਵਿੱਚ, ਅਤੇ ਆਰਡੀਨਰੀ ਸਿਟੀਜ਼ਨ ਨੂੰ ਕੋਈ ਵੀ ਸਹੂਲਤ ਨਹੀਂ ਮਿਲ ਰਹੀ ਸੀਗੀ, ਅਤੇ ਉਸ ਗੱਲੋਂ ਨਾਰਾਜ਼ ਸੀਗੇ। ਅੱਗੇ, ਗੌਰਮੈਂਟ ਇਨਕਰੀਜ਼ਿੰਗਲੀ ਲੋਸਟ ਪਾਪੂਲਰ ਬੈਕਿੰਗ। ਜਿਹੜੀ ਲੋਕਾਂ ਦੀ ਬੈਕਿੰਗ ਹੈ, ਲੋਕ ਜਿਹੜੇ ਉਹਨੂੰ ਪਸੰਦ ਕਰਦੇ ਸੀ ਪਹਿਲਾਂ, ਉਹ ਹੁਣ ਲਗਾਤਾਰ ਕੀ ਆਪਦੀ ਪ੍ਰਸਿੱਧੀ ਗਵਾ ਰਹੇ ਹੈਗੇ।
ਅਤੇ ਪੋਪੂਲਰ ਬੈਕਿੰਗ ਹੈ ਜਿਹੜੀ ਉਹ ਘੱਟ ਰਹੀ ਹੈ USSR ਦੇ ਵਿੱਚ ਆਮ ਲੋਕਾਂ ਦੀ। ਅਫਗਾਨਿਸਤਾਨ ਵਾਰ 1999 ਇਹੀ ਮੇਨ ਕਾਰਨ ਹੈ ਵੀ ਅਫਗਾਨਿਸਤਾਨ ਵਾਰ 10 ਸਾਲ ਚੱਲੀ ਗਾ। ਅਫਗਾਨਿਸਤਾਨ ਦੇ ਵਿੱਚ ਜਿਹੜਾ ਯੁੱਧ ਹੈਗਾ ਉਹ 10 ਸਾਲ ਚੱਲੀ ਗਿਆ, 1989 ਤੋਂ ਲੈ ਕੇ 99 ਤੱਕ। ਇਹਦੇ 'ਚ ਇੱਕ ਪਾਸੇ USSR ਦੀ ਰੈੱਡ ਆਰਮੀ ਸੀ, ਦੂਜੇ ਪਾਸੇ USA ਦੀ ਆਰਮੀ ਸੀ। ਇਹਨਾਂ ਦੇ ਵਿਚਕਾਰ ਯੁੱਧ ਚੱਲੀ ਜਾਂਦਾ ਰਹਿੰਦਾ ਗਾ, ਬਟ ਇਹਦਾ ਕੋਈ ਨਤੀਜਾ ਨਹੀਂ ਨਿਕਲਦਾ। ਇਹਦੇ ਵਿੱਚ USSR ਦਾ ਬਹੁਤ ਸਾਰਾ ਪੈਸਾ ਬਰਬਾਦ ਹੋ ਜਾਂਦਾ ਗਾ, USSR ਦੇ ਬਹੁਤ ਸਾਰੇ ਹਥਿਆਰ ਲੱਗ ਜਾਂਦੇ ਹੈਗੇ, ਬਟ ਇੱਥੋਂ ਕੋਈ ਵੀ ਗੇਨ ਨਹੀਂ ਹੁੰਦਾ USSR ਨੂੰ। ਫਿਰ ਇੰਪਲੀਮੈਂਟੇਸ਼ਨ ਦਾ ਰਿਫੋਰਮ ਆਫ ਦਾ ਗੋਰਬਾਚੋਵ, ਜਿਹੜਾ ਗੋਰਬਾਚੋਵ ਨੇ ਰਿਫੋਰਮ ਲੈ ਕੇ ਆਉਂਦੇ ਪ੍ਰੈਸਟਰੋਇਕਾ ਦੀ ਗਲਾਸਨੋਸਟ, ਉਹਨਾਂ ਨੂੰ ਇੰਪਲੀਮੈਂਟ ਕਰਨ ਦਾ ਤਰੀਕਾ ਸਹੀ ਨਹੀਂ ਸੀਗਾ। ਉਹਨਾਂ ਨੂੰ ਜ਼ਿਆਦਾ ਸਪੀਡ ਦੇ ਨਾਲ ਉਹਨਾਂ ਨੇ ਰਿਫੋਰਮ ਨੂੰ ਲੈ ਆਂਦਾ। ਜਿਹੜੀਆਂ ਚੀਜ਼ਾਂ ਉਹਨਾਂ ਨੂੰ ਪਿਛਲੇ 70 ਸਾਲ ਤੋਂ ਨਹੀਂ ਮਿਲੀਆਂ ਸੀ ਉਹਨਾਂ ਨੂੰ ਇੱਕਦਮ ਦੇ ਦਿੱਤੀਆਂ, ਜਿਹਦੇ ਕਰਕੇ ਕੀ ਹੈਗਾ ਲੋਕਾਂ ਨੂੰ ਆਜ਼ਾਦ ਹੋਣ ਦਾ ਮੌਕਾ ਮਿਲ ਗਿਆ। ਅਤੇ ਇਹਨੂੰ ਵੀ ਇੱਕ ਕਾਰਨ ਮੰਨਿਆ ਜਾਂਦਾ ਮਿਖਾਇਲ ਗੋਰਬਾਚੋਵ ਦੇ ਰਿਫੋਰਮ ਨੂੰ ਇੰਪਲੀਮੈਂਟ ਕਰਨ ਦਾ ਜਿਹੜਾ ਤਰੀਕਾ ਸੀਗਾ ਉਹ ਵੀ ਇੱਕ ਕਾਰਨ ਮੰਨਿਆ ਜਾਂਦਾ ਸੋਵੀਅਤ ਯੂਨੀਅਨ ਦੇ ਡਿਸਇੰਟੀਗ੍ਰੇਟ ਦਾ। ਰਾਈਜ਼ ਦਾ ਨੈਸ਼ਨਲਿਜ਼ਮ ਇਨ ਦਾ ਵੇਰੀਅਸ ਰਿਪਬਲਿਕਸ ਲਾਈਕ ਬੇਲਾਰੂਸ, ਯੂਕਰੇਨ ਐਂਡ ਲੈਟਵੀਆ, ਜਿਵੇਂ ਉਹਨਾਂ 'ਚ ਰਾਸ਼ਟਰਵਾਦੀ ਭਾਵਨਾ ਵੀ ਵੱਧ ਗਈ ਸੀਗੀ। ਉਹ ਦੇਸ਼ ਨੂੰ ਆਜ਼ਾਦ ਕਰਾਉਣਾ ਚਾਹੁੰਦੇ ਸੀ, ਉਹ USSR ਦੇ ਵਿੱਚ ਨਹੀਂ ਰਹਿਣਾ ਚਾਹੁੰਦੇ ਸੀ। ਬਹੁਤ ਸਾਰੇ ਦੇਸ਼ਾਂ ਵਿੱਚ ਨੈਸ਼ਨਲਿਜ਼ਮ ਦੀ ਜਿਹੜੀ ਭਾਵਨਾ ਗੀ ਉਹ ਬਹੁਤ ਜ਼ਿਆਦਾ ਸੀਗੀ, ਇਸ ਕਰਕੇ ਵੀ ਉਹ ਜਿਹੜਾ USSR ਤੋਂ ਅਲੱਗ ਹੋਣਾ ਚਾਹੁੰਦੇ ਸੀਗੇ, ਜਲਦੀ ਤੋਂ ਜਲਦੀ ਅਲੱਗ ਹੋਣਾ ਚਾਹੁੰਦੇ ਸੀਗੇ। ਇਹ ਵੀ ਇੱਕ ਕਾਰਨ ਮੰਨਿਆ ਜਾਂਦਾ ਹੈਗਾ ਸੋਵੀਅਤ ਯੂਨੀਅਨ ਦੇ ਡਿਸਇੰਟੀਗ੍ਰੇਟ ਦਾ। ਇਹ ਸਾਰੇ ਕਾਰਨ ਹੈ ਬੱਚਿਓ, ਜੇ ਕੋਈ ਵੱਡਾ ਕੁਐਸਚਨ ਆਉਂਦਾ ਹੈਗਾ ਤੁਸੀਂ ਇਹ ਸਾਰੇ ਕਾਰਨ ਲਿਖ ਸਕਦੇ, ਸਾਰੇ ਸੌਖੇ ਪੁਆਇੰਟ ਹੈਗੇ, ਬਿਲਕੁਲ ਆਸਾਨ ਪੁਆਇੰਟ ਹੈਗੇ। ਹਾਂਜੀ, ਅਗਲਾ ਪੁਆਇੰਟ ਹੈ ਵੀ ਕੰਸੀਕੁਐਂਸ ਆਫ ਦਾ ਡਿਸਇੰਟੀਗ੍ਰੇਸ਼ਨ। ਤਾਂ ਡਿਸਇੰਟੀਗ੍ਰੇਸ਼ਨ ਦੇ ਕੀ ਨਤੀਜੇ ਨਿਕਲੇ, ਹੁਣ ਕੀ ਸਾਹਮਣੇ ਆਊਗਾ ਆਪਣੇ ਡਿਸਇੰਟੀਗ੍ਰੇਸ਼ਨ ਤੋਂ ਬਾਅਦ ਕੀ ਕੁਛ ਹੋ ਜਾਊਗਾ। ਤਾਂ ਪਹਿਲਾ ਕਾਰਨ ਦਾ ਐਂਡ ਆਫ ਦਾ ਕੋਲਡ ਵਾਰ, ਜਿਹੜਾ ਦੋਨਾਂ ਦੇਸ਼ਾਂ ਦੇ ਵਿੱਚ ਕੋਲਡ ਵਾਰ ਚੱਲ ਰਿਹਾ ਸੀਗਾ USA ਅਤੇ USSR ਦੇ ਵਿੱਚ, ਉਹਦਾ ਐਂਡ ਹੋ ਗਿਆ। ਤਾਂ ਹੁਣ ਕੋਲਡ ਵਾਰ ਆ ਜਿਹੜਾ ਉਹ ਖਤਮ ਹੋ ਚੁੱਕਿਆ ਹੈਗਾ। ਫਿਰ ਅੱਗੇ ਹੈਗਾ ਨਿਊ ਕੰਟਰੀ ਵਾਂਟਡ ਟੂ ਜੁਆਇਨ ਦਾ ਯੂਰਪੀਅਨ ਯੂਨੀਅਨ ਨੇਟੋ। ਜਿਹੜੇ ਨਵੇਂ ਕੰਟਰੀ ਪੈਦਾ ਹੋਏ, ਬਹੁਤ ਸਾਰੇ ਨਵੇਂ ਕੰਟਰੀ ਪੈਦਾ ਹੋਏ, ਤਾਂ ਉਹ ਕਿਹਨੂੰ ਜੁਆਇਨ ਕਰਨਾ ਚਾਹੁੰਦੇ ਸੀ, ਜਾਂ ਤਾਂ ਯੂਰਪੀਅਨ ਯੂਨੀਅਨ ਨੂੰ ਜੁਆਇਨ ਕਰਨਾ ਚਾਹੁੰਦੇ ਸੀ ਜਾਂ ਨੇਟੋ ਨੂੰ ਜੁਆਇਨ ਕਰਨਾ ਚਾਹੁੰਦੇ ਸੀ। ਨੇਟੋ ਕੀ ਸੀਗਾ, ਨੇਟੋ ਇੱਕ ਮਿਲਟਰੀ ਅਲਾਇੰਸ ਹੈਗਾ ਜਿਹਨੂੰ USA ਲੀਡ ਕਰਦਾ, 'ਚ 30 ਮੈਂਬਰ ਹੈਗੇ। ਹਾਂਜੀ, ਐਮਰਜੈਂਸ ਆਫ ਦਾ ਮੈਨੀ ਨਿਊ ਕੰਟਰੀਜ਼, ਕਿਉਂਕਿ USSR 15 ਦੇਸ਼ਾਂ ਦਾ ਸਮੂਹ ਸੀਗਾ, ਤਾਂ 15 ਦੇਸ਼ ਇੱਥੇ ਨਵੇਂ ਪੈਦਾ ਹੁੰਦੇ ਹੈਗੇ, ਤਾਂ ਨਵੇਂ ਦੇਸ਼ ਪੈਦਾ ਹੁੰਦੇ ਹੈਗੇ USSR ਦੇ ਟੁੱਟਣ ਦੇ ਨਾਲ। ਫਿਰ ਐਂਡ ਆਫ ਦਾ ਆਰਮਜ਼ ਰੇਸ ਐਂਡ ਦਾ ਪੋਸੀਬਲ ਨਿਊ ਪੀਸ, ਤਾਂ ਇਹਦੇ ਨਾਲ ਕੀ ਹੋ ਗਿਆ, ਆਰਮ ਰੇਸ ਹੈ ਜਿਹੜਾ ਉਹਦਾ ਐਂਡ ਹੋ ਗਿਆ। ਹਥਿਆਰਾਂ ਦੀ ਹੋੜ ਲੱਗੀ ਹੋਈ ਸੀ, USA ਚਾਹੁੰਦਾ ਸੀ ਮੇਰੇ ਕੋਲ ਬਹੁਤ ਵੱਡੇ ਹਥਿਆਰ ਹੋਣ, ਜ਼ਿਆਦਾ ਹਥਿਆਰ ਹੋਣ, USSR ਚਾਹੁੰਦਾ ਸੀ ਮੇਰੇ ਕੋਲ ਜ਼ਿਆਦਾ ਵੱਡੇ ਹਥਿਆਰ ਹੋਣ। ਜੇ ਸਾਡੇ ਦੇ ਵਿੱਚ ਯੁੱਧ ਲੱਗ ਗਿਆ ਕਦੇ USA ਅਤੇ USSR, ਤਾਂ ਮੈਂ ਨਹੀਂ ਹਾਰਨਾ ਚਾਹੀਦਾ, ਇਸ ਕਰਕੇ ਆਰਮ ਰੇਸ ਲੱਗੀ ਹੋਈ ਸੀਗੀ, ਉਹਦੇ ਨਾਲ ਦੁਨੀਆ ਨੂੰ ਖਤਰਾ ਸੀਗਾ। ਪਰ ਹੁਣ ਕੋਲਡ ਵਾਰ ਦੇ ਐਂਡ ਹੋਣ ਦੇ ਨਾਲ ਕੀ ਹੋ ਗਿਆ, ਜਿਹੜੀ ਇਹ ਰੇਸ ਸੀਗੀ ਇਹ ਵੀ ਖਤਮ ਹੋ ਗਈ। ਤਾਂ ਹੁਣ ਇਹ ਉਮੀਦ ਸੀਗੀ ਕਿ ਹੁਣ ਸ਼ਾਂਤੀ ਆ ਜੂਗੀ। ਅੱਗੇ ਹੈ ਬਾਇਪੋਲਰ ਵਰਲਡ ਬਿਕਮ ਦਾ ਯੂਨੀਪੋਲਰ, US ਬਿਕਮ ਦਾ ਸੋਲ ਸੁਪਰ ਪਾਵਰ। ਪਹਿਲਾਂ ਦੁਨੀਆ ਦੋ ਧਰੁਵਾਂ ਦੇ ਵਿੱਚ ਵੰਡੀ ਹੋਈ ਸੀ, ਬਾਇਪੋਲਰ ਸੀ। ਇੱਕ ਪੋਲ ਦਾ ਨੇਤਾ ਸੀਗਾ USSR, ਇੱਕ ਪੋਲ ਦਾ ਨੇਤਾ ਸੀ USA, ਅਤੇ ਦੋਨਾਂ ਦੇ ਵਿੱਚ ਬਾਇਓਪੋਲੈਰਿਟੀ ਸੀਗੀ। ਤਾਂ ਹੁਣ ਉਹ ਬਾਇਓਪੋਲੈਰਿਟੀ ਦਾ ਅੰਤ ਹੋ ਗਿਆ, ਦੋਨੇ ਧਰੁਵ ਹੈ ਜਿਹੜੇ ਉਹਦੇ 'ਚੋਂ ਇੱਕ ਧਰੁਵ ਖਤਮ ਹੋ ਗਿਆ, ਤਾਂ ਇਕੱਲਾ USA ਰਹਿ ਗਿਆ ਵੀ। ਤਾਂ USA ਇੱਕ ਸੋਲ ਪਾਵਰ ਬਣ ਗਿਆ, ਇਕਲੌਤੀ ਸੁਪਰ ਪਾਵਰ ਬਣ ਗਿਆ ਦੁਨੀਆ ਦੇ ਵਿੱਚ। ਕੈਪੀਟਲਿਸਟ ਇਕੋਨਮੀ ਵਾਜ਼ ਨਾਓ ਡੋਮੀਨੇਟ, ਤਾਂ USSR ਨੇ ਜਿਹੜਾ ਕਮਿਊਨਿਜ਼ਮ ਮਾਡਲ ਸੀ ਉਹ ਤਾਂ ਫੇਲ ਹੋ ਗਿਆ। USSR ਡਿਸਇੰਟੀਗ੍ਰੇਟ ਹੋ ਗਿਆ। ਡਿਸਇੰਟੀਗ੍ਰੇਟ ਹੋਣ ਤੋਂ ਬਾਅਦ ਉਹਨੇ ਆਪਣੀਆਂ ਸਾਰੀਆਂ ਇੰਸਟੀਟਿਊਸ਼ਨਾਂ ਨੂੰ ਚੇਂਜ ਕਰਤਾ। ਚੇਂਜ ਕਰਕੇ ਉਹਨੇ ਕੈਪੀਟਲਿਸਟ ਮਾਡਲ ਅਪਣਾ ਲਿਆ, ਵੈਸਟ ਦੇ ਨਾਲ ਵਧੀਆ ਰਿਲੇਸ਼ਨ ਬਣਾ ਲਏ। ਉਹਨਾਂ ਨੇ ਫੋਰਨ ਡਾਇਰੈਕਟ ਇਨਵੈਸਟਮੈਂਟ ਨੂੰ ਅਸੈਪਟ ਕਰ ਲਿਆ ਸੀਗਾ, ਓਪਨ ਮਾਰਕੀਟ ਆਪਰੇਸ਼ਨ ਨੂੰ ਅਸੈਪਟ ਕਰ ਲਿਆ ਸੀਗਾ, ਪ੍ਰਾਈਵੇਟ ਪ੍ਰੋਪਰਟੀ ਨੂੰ ਅਲਾਓ ਕਰਤਾ ਸੀਗਾ। ਇਸ ਤਰ੍ਹਾਂ ਜਿਹੜਾ ਕੈਪੀਟਲਿਸਟ ਮਾਡਲ ਆ ਉਹ ਅੱਗੇ ਆ ਗਿਆ। ਫਿਰ ਵਰਲਡ ਬੈਂਕ ਐਂਡ IMF ਗੇਵ ਲੋਨਜ਼ ਫਾਰ ਦੇਅਰ ਟ੍ਰਾਂਜੀਸ਼ਨ ਟੂ ਦਾ ਕੈਪੀਟਲਿਜ਼ਮ ਵੱਲ ਬਦਲਣ ਵਾਸਤੇ, ਇਹਨਾਂ ਦੀ ਇਕੋਨਮੀ ਨੂੰ ਬਦਲਣ ਵਾਸਤੇ, ਇਹਨਾਂ ਦੀ ਟ੍ਰਾਂਜੀਸ਼ਨ ਵਾਸਤੇ ਵਰਲਡ ਬੈਂਕ ਅਤੇ IMF ਨੇ ਬਹੁਤ ਸਾਰੇ ਜਿਹੜੇ ਲੋਨ ਆ ਉਹ ਦਿੱਤੇ। ਇਸ ਤੋਂ ਇਲਾਵਾ ਵਰਲਡ ਬੈਂਕ ਅਤੇ IMF ਨੇ ਇਹਨਾਂ ਨੂੰ ਸਲਾਹ ਵੀ ਦਿੱਤੀ ਕਿ ਤੁਸੀਂ ਕਿਹੜੇ ਤਰੀਕੇ ਦੇ ਨਾਲ ਆਪਦਾ ਇਕਨੋਮਿਕ ਮਾਡਲ ਚਲਾਓਗੇ, ਇਹ ਸਲਾਹ ਵੀ ਦਿੱਤੀ। ਹਾਂਜੀ, ਅਤੇ ਐਮਰਜੈਂਸ ਆਫ ਦਾ ਮੈਨੀ ਨਿਊ ਕੰਟਰੀ, ਬਹੁਤ ਸਾਰੇ ਨਵੇਂ ਦੇਸ਼ਾਂ ਦਾ ਜਿਹੜਾ ਹੈਗਾ ਗਾ ਨਵੇਂ ਦੇਸ਼ ਪੈਦਾ ਹੋਏ। USSR ਟੁੱਟਣ ਦੇ ਨਾਲ ਹੀ ਜਿਹੜੇ 15 ਦੇਸ਼ ਪੈਦਾ ਹੋਏ। ਇੱਕ ਬੱਚਿਓ ਈਸਟਰਨ ਯੂਰਪ ਦੇ ਵਿੱਚ ਕੰਟਰੀ ਸੀ ਯੂਗੋਸਲਾਵੀਆ ਵੀ 1991 ਤੋਂ ਲੈ ਕੇ 1980 2000 ਤੱਕ ਡਿਸਇੰਟੀਗ੍ਰੇਟ ਹੋਇਆ ਸੀਗਾ। ਉਹਦੇ ਵਿੱਚ 6 ਦੇਸ਼ ਆਜ਼ਾਦ ਹੋਏ ਹੈ। ਇਹਦੇ ਵਿੱਚ ਕਾਫੀ ਹਿੰਸਾ ਵੀ ਹੋਈ ਸੀਗੀ, ਲੜਾਈਆਂ ਵੀ ਹੋਈਆਂ ਸੀ। ਯੂਗੋਸਲਾਵੀਆ ਦੇ ਵਿੱਚ ਜਿਹੜੇ 6 ਦੇਸ਼ ਨਿਕਲੇ ਸੀ, ਬੋਸਨੀਆ ਹਰਜ਼ੇਗੋਵਿਨਾ ਵਿੱਚ ਕਾਫੀ ਲੜਾਈ ਹੋਈ ਸੀਗੀ। ਹਾਂਜੀ,
ਫਿਰ ਨਿਊ ਕੰਟਰੀਜ਼ ਵਾਂਟਡ ਟੂ ਜੁਆਇਨ ਦਾ ਯੂਰਪੀਅਨ ਯੂਨੀਅਨ ਨੇਟੋ, ਅਤੇ ਜਿਹੜੇ ਨਵੇਂ ਦੇਸ਼ ਆਜ਼ਾਦ ਹੋਏ ਆ, ਜਿਹੜੇ ਈਸਟਰਨ ਯੂਰਪ ਦੇ ਕੰਟਰੀਜ਼ ਹੋ ਚਾਹੁੰਦੇ ਸੀ ਯੂਰਪੀਅਨ ਯੂਨੀਅਨ ਨਾਲ ਜੁੜ ਜਾਈਏ ਜਾਂ ਨੇਟੋ ਨਾਲ ਜੁੜ ਜਾਈਏ। ਹਾਂਜੀ, ਅਤੇ ਇਹ ਕਨਸੀਕੁਐਂਸ ਰਹੇ ਵੀ ਡਿਸਇੰਟੀਗ੍ਰੇਸ਼ਨ ਦੇ। ਅਗਲਾ ਟੋਪਿਕ ਹੈ ਬੱਚਿਓ ਸ਼ੌਕ ਥੈਰੇਪੀ। ਇਹ ਬਹੁਤ ਮਹੱਤਵਪੂਰਨ ਚੈਪਟਰ ਹੈਗਾ, ਇੱਥੋਂ ਤੁਹਾਨੂੰ ਸਵਾਲ ਆਊਗਾ। ਇਹ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ, ਇਹਨੂੰ ਧਿਆਨ ਨਾਲ ਪੜ੍ਹਨਾ ਗਾ ਆਪਾਂ। ਹਾਂਜੀ, ਸ਼ੌਕ ਥੈਰੇਪੀ। ਪਹਿਲਾਂ ਤਾਂ ਸ਼ੌਕ ਥੈਰੇਪੀ ਕੀ ਹੁੰਦੀ ਹੈ? ਸ਼ੌਕ ਹੁੰਦਾ ਸ਼ੌਕ ਦੇਣਾ। ਕੋਈ ਬੰਦਾ ਖਤਮ ਹੋ ਚੁੱਕਿਆ ਜਾਂ ਕੋਈ ਬੰਦਾ ਬਹੁਤ ਹੀ ਕਮਜ਼ੋਰ ਹੋ ਚੁੱਕਿਆ, ਉਹਨੂੰ ਸ਼ੌਕ ਦੇ ਕੇ ਜਗਾਉਣਾ। ਕੋਈ ਮਰ ਚੁੱਕਿਆ, ਉਹਨੂੰ ਸ਼ੌਕ ਦੇ ਕੇ ਜਗਾਉਣਾ, ਜਿੰਦਾ ਕਰਨਾ, ਝਟਕਾ ਦੇਣਾ ਕਿਸੇ ਨੂੰ, ਤਾਂ ਉਵੇਂ ਹੈ ਸ਼ੌਕ ਥੈਰੇਪੀ। The model of the transition in Russia, Central Asia, and East Europe that was influenced by the World Bank and the IMF came to be known as shock therapy। ਵੀ ਜਿਹੜਾ ਮਾਡਲ ਆਫ ਟ੍ਰਾਂਜੀਸ਼ਨ ਹੈ ਨਾ, ਜਿਹੜਾ ਮਾਡਲ ਆਫ ਟ੍ਰਾਂਜੀਸ਼ਨ ਹੈਗਾ ਕਿਹਨਾਂ ਦਾ? ਰਸ਼ੀਆ ਦਾ, ਸੈਂਟਰਲ ਏਸ਼ੀਆ ਦਾ, ਈਸਟ ਯੂਰਪੀਅਨ ਕੰਟਰੀ ਦਾ। ਉਹ ਕਿਹਦੇ ਤੋਂ ਪ੍ਰਭਾਵਿਤ ਸੀਗਾ? ਵਰਲਡ ਬੈਂਕ ਦੇ IMF ਤੋਂ ਪ੍ਰਭਾਵਿਤ ਸੀ। ਅਤੇ ਇਸੇ ਨੂੰ ਸ਼ੌਕ ਥੈਰੇਪੀ ਕਿਹਾ ਜਾਂਦਾ ਹੈ। ਕਹਿਣ ਦਾ ਮਤਲਬ ਇਹ ਹੈਗਾ ਕਿ ਉਹਨਾਂ ਦੇ ਇਕਨੋਮਿਕ ਮਾਡਲ ਨੂੰ ਚੇਂਜ ਕਰਨ ਵਾਸਤੇ IMF ਅਤੇ ਵਰਲਡ ਬੈਂਕ ਨੇ ਬਹੁਤ ਜ਼ਿਆਦਾ ਲੋਨ ਦਿੱਤੇ, ਤਾਂ ਕਿ ਉਹਨਾਂ ਨੂੰ ਮਾਡਲ ਨੂੰ ਟ੍ਰਾਂਜਿਟ ਕੀਤਾ ਜਾ ਸਕੇ, ਚੇਂਜ ਕੀਤਾ ਜਾ ਸਕੇ, ਅਤੇ ਉਹਨਾਂ ਦੀ ਇਕੋਨਮੀ ਰਿਵਾਈਵ ਹੋ ਜੂਗੀ। ਇਸੇ ਨੂੰ ਬੋਲਿਆ ਗਿਆ ਸ਼ੌਕ ਥੈਰੇਪੀ। ਉਹਨਾਂ ਦੀ ਜਿਹੜੀ ਇਕੋਨਮੀ ਉਹ ਮਰ ਚੁੱਕੀ ਹੈ, ਵਰਲਡ ਬੈਂਕ ਅਤੇ IMF ਦੀ ਸਲਾਹ ਅਤੇ ਉਹਨਾਂ ਦੇ ਲੋਨ ਉਹਨਾਂ ਨੂੰ ਕੀ ਦੇਊਗੀ? ਸ਼ੌਕ ਦੇਊਗੀ। ਇਸੇ ਨੂੰ ਸ਼ੌਕ ਥੈਰੇਪੀ ਬੋਲਿਆ ਜਾਂਦਾ ਹੈਗਾ। ਅਤੇ ਛੋਟੇ ਸਵਾਲ ਦੇ ਵਿੱਚ ਤੁਸੀਂ ਆਹੀ ਲਿਖ ਸਕਦੇ ਹੋ, ਡੈਫੀਨੇਸ਼ਨ ਹੈਗੀ ਇੱਕ ਤਰ੍ਹਾਂ ਦੀ। ਤਾਂ ਹੁਣ ਇਹਦੇ 'ਚ ਕੀ ਕੁਛ ਚੇਂਜ ਹੋ ਜੂਗਾ? ਜਿਵੇਂ ਪਹਿਲਾ ਪੁਆਇੰਟ ਹੈ ਟੋਟਲ ਸ਼ਿਫਟ ਟੂ ਸੋਸ਼ਲਿਸਟ ਟੂ ਕੈਪੀਟਲਿਸਟ ਇਕੋਨਮੀ। ਜਿਹੜੀ ਉਹਨਾਂ ਦੀ ਇਕੋਨਮੀ ਹੈ ਉਹ ਪੂਰੀ ਤਰ੍ਹਾਂ ਬਦਲ ਜੂ, ਕਾਹਦੇ 'ਚ? ਸ਼ਿਫਟ ਹੋ ਜੂਗੀ, ਸੋਸ਼ਲਿਸਟ ਤੋਂ ਕੈਪੀਟਲਿਸਟ ਮਾਡਲ ਦੇ ਵਿੱਚ ਸ਼ਿਫਟ ਹੋ ਜੂਗੀ। ਦੂਜਾ ਪੁਆਇੰਟ ਹੈ ਪਬਲਿਕ ਓਨਰਸ਼ਿਪ ਟੂ ਪ੍ਰਾਈਵੇਟ ਓਨਰਸ਼ਿਪ। ਜਿਹੜੀ ਪਬਲਿਕ ਓਨਰਸ਼ਿਪ ਆ ਉਹ ਕਾਹਦੇ 'ਚ ਚੇਂਜ ਹੋ ਜੂਗੀ? ਪ੍ਰਾਈਵੇਟ ਓਨਰਸ਼ਿਪ ਦੇ ਵਿੱਚ। ਅੱਗੇ ਆ ਪ੍ਰਾਈਵੇਟਾਈਜੇਸ਼ਨ ਆਫ ਦਾ ਸਟੇਟ ਏ ਸੈੱਟ। ਜਿਹੜੇ ਸਟੇਟ ਦੇ ਏ ਸੈੱਟ ਹੈਗੇ, ਚਾਹੇ ਉਹ ਮਸ਼ੀਨਰੀ ਹੈ, ਚਾਹੇ ਉਹ ਸੋਨਾ ਗਾ, ਚਾਹੇ ਉਹ ਹੀਰੇ ਹੈ, ਚਾਹੇ ਕੋਈ ਵੀ ਸੰਪੱਤੀ ਹੈ, ਕਿਸੇ ਵੀ ਤਰ੍ਹਾਂ ਦੀ ਕੋਈ ਸੰਪੱਤੀ ਹੈ, ਉਹ ਸਾਰੇ ਏ ਸੈੱਟ ਕਾਹਦੇ 'ਚ ਚੇਂਜ ਹੋ ਗਏ? ਪ੍ਰਾਈਵੇਟ ਹੋ ਗਏ, ਉਹ ਪ੍ਰਾਈਵੇਟ ਹੋ ਗਏ ਏ ਸੈੱਟ। ਪਹਿਲਾਂ ਪਬਲਿਕ ਸੀਗੇ। ਫਿਰ ਕੋਲੈਕਟਿਵ ਫਾਰਮਿੰਗ ਰੀਪਲੇਸ ਬਾਏ ਦਾ ਪ੍ਰਾਈਵੇਟ ਫਾਰਮਿੰਗ। ਪਹਿਲਾਂ ਕਲੈਕਟਿਵ ਫਾਰਮਿੰਗ ਹੁੰਦੀ ਸੀ ਰਸ਼ੀਆ ਦੇ ਵਿੱਚ, USSR ਦੇ ਵਿੱਚ, ਉਹ ਹੁਣ ਪ੍ਰਾਈਵੇਟ ਹੋ ਗਈ, ਫਾਰਮਿੰਗ ਪ੍ਰਾਈਵੇਟ ਹੋ ਗਈ। ਫਰੀ ਟਰੇਡ ਵਾਜ ਕੰਸੀਡਰਡ ਇਸੈਂਸ਼ੀਅਲ। ਇੱਥੇ ਫਰੀ ਟਰੇਡ ਨੂੰ ਇਸੈਂਸ਼ੀਅਲ ਕਰਤਾ। ਜਿਹੜੇ ਦੇ ਦੇਸ਼ ਸੀਗੇ ਜਿਹੜੇ USSR ਤੋਂ ਹੀ ਆਜ਼ਾਦ ਹੋਏ ਆ, ਉਹਨਾਂ ਨੂੰ ਬੋਲਿਆ ਗਿਆ ਵੀ ਤੁਸੀਂ ਇੱਕ ਦੂਜੇ ਨਾਲ ਟਰੇਡ ਵਧਾਓ ਅਤੇ ਉਹ ਫਰੀ ਟਰੇਡ ਕਰੋ, ਕਿਉਂਕਿ ਕੋਈ ਵੀ ਕਸਟਮ ਡਿਊਟੀ ਨਾ ਦੇ ਬਰਾਬਰ ਹੋਣੀ ਚਾਹੀਦੀ ਹੈ, ਤਾਂ ਕਿ ਵਪਾਰ ਤੇਜ਼ੀ ਨਾਲ ਵੱਧ ਸਕੇ। ਫਿਰ ਸਟਾਰਟ ਫੋਰਨ ਇਨਵੈਸਟਮੈਂਟ। ਜਿਹੜਾ FDI ਉਹ ਅਲਾਓ ਕਰਤਾ, ਫੋਰਨ ਡਾਇਰੈਕਟ ਇਨਵੈਸਟਮੈਂਟ ਨੂੰ ਅਲਾਓ ਕਰਤਾ ਵੀ ਤੁਸੀਂ ਇੱਕ ਦੂਜੇ ਦੇਸ਼ ਦੇ ਵਿੱਚ ਇਨਵੈਸਟਮੈਂਟ ਕਰੋ। ਵੈਸਟ ਦੇ ਦੇਸ਼ਾਂ ਨੂੰ ਬੋਲਿਆ ਗਿਆ ਕਿ USSR ਦੇ ਜਿਹੜੇ ਨਵੇਂ ਆਜ਼ਾਦ ਹੋਏ ਦੇਸ਼ ਹੈਗੇ ਉਹਨਾਂ ਦੇ ਵਿੱਚ ਤੁਸੀਂ ਇਨਵੈਸਟ ਕਰੋ, ਤਾਂ ਕਿ ਉਹਨਾਂ ਦਾ ਵਿਕਾਸ ਹੋ ਸਕੇ। ਫਿਰ ਡੀਰੈਗੂਲੇਸ਼ਨ ਐਂਡ ਕਰੰਸੀ ਕਨਵਰਟੀਬਿਲਿਟੀ। ਇਹਨਾਂ ਦਾ ਜਿਹੜਾ ਰੂਬਲ ਹੈਗਾ ਉਹ ਲਗਾਤਾਰ ਡਿੱਗ ਰਿਹਾ ਸੀਗਾ, ਉਹਦੀ ਜਿਹੜੀ ਵੈਲੂ ਆ ਉਹ ਬਹੁਤ ਘੱਟ ਰਹੀ ਸੀਗੀ। ਇਹਨੂੰ ਜਿਹੜੇ ਇਹਦੇ ਨਿਯਮ ਹੈ ਇਹਨੂੰ ਡੀਰੈਗੂਲਾਈਜ਼ ਕਰਨਾ ਅਤੇ ਕਰੰਸੀ ਨੂੰ ਕਨਵਰਟ ਕਰਨਾ ਇਹ ਆਸਾਨ ਕੀਤਾ ਗਿਆ। ਅਤੇ ਨਾਓ ਲਿੰਕ ਡਾਇਰੈਕਟਲੀ ਟੂ ਦਾ ਵੈਸਟ। ਅਤੇ ਇਹਨਾਂ ਦੇ ਜਿਹੜੇ ਲਿੰਕ ਹੈਗੇ ਉਹ ਕਿਹਦੇ ਨਾਲ ਬਣਾਏ ਗਏ? ਵੈਸਟ ਦੇ ਦੇਸ਼ਾਂ ਨਾਲ ਬਣਾਏ ਗਏ, ਤਾਂ ਕਿ ਇਹਨਾਂ ਦਾ ਵਿਕਾਸ ਹੋ ਸਕੇ, ਟਰੇਡ ਹੋ ਸਕੇ। ਅਤੇ ਵੈਸਟ ਦੇ ਵਿੱਚ ਜਿਵੇਂ USA ਹੋ ਗਿਆ, ਕੈਨੇਡਾ ਹੋ ਗਿਆ, ਇਸ ਤੋਂ ਇਲਾਵਾ ਵੈਸਟਰਨ ਯੂਰਪ ਦੇ ਕੰਟਰੀ ਹੋ ਗਏ, ਉਹਨਾਂ ਦੇ ਨਾਲ ਇਹਦੇ ਡਾਇਰੈਕਟਲੀ ਲਿੰਕ ਜੋੜੇ ਗਏ। ਹਾਂਜੀ, ਤਾਂ ਇਹ ਸੀਗਾ ਵੀ ਸ਼ੌਕ ਥੈਰੇਪੀ, ਅਤੇ ਇਹ ਇਹਦੇ ਕੁਝ ਪੁਆਇੰਟ ਹੈਗੇ ਤੁਸੀਂ ਯਾਦ ਰੱਖਣੇ ਹੈਗੇ। ਇਹ ਬਹੁਤ ਮਹੱਤਵਪੂਰਨ ਪੁਆਇੰਟ ਹੈਗਾ। ਅੱਜ ਲਈ ਬੱਚਿਓ ਇੰਨਾ ਹੀ। ਅਤੇ ਅਗਲੇ ਚੈਪਟਰ, ਅਗਲਾ ਜਿਹੜਾ ਪਾਰਟ ਹੋਊਗਾ, ਹਾਲੇ ਪਹਿਲਾ ਚੈਪਟਰ ਚੱਲ ਰਿਹਾ ਹੈਗਾ, ਇਹਦਾ ਜਿਹੜਾ ਅਗਲਾ ਪਾਰਟ ਹੋਊਗਾ ਉਹਦੇ ਵਿੱਚ ਆ ਸ਼ੌਕ ਥੈਰੇਪੀ ਦੇ ਕਨਸੀਕੁਐਂਸ ਕਰਾਂਗੇ, ਕਿ ਸ਼ੌਕ ਥੈਰੇਪੀ ਆਉਣ ਤੋਂ ਬਾਅਦ ਕੀ ਕੀ ਨਤੀਜੇ ਨਿਕਲੇ, ਉਹ ਵੀ ਆਪਾਂ ਕਰਾਂਗੇ। ਫਿਰ ਇਸ ਤੋਂ ਬਾਅਦ ਆਪਾਂ ਜਿਹੜੇ ਇੰਡੀਆ ਦੇ ਰਿਲੇਸ਼ਨ ਹੈ USSR ਦੇ ਨਾਲ ਜਾਂ ਰਸ਼ੀਆ ਦੇ ਨਾਲ ਰਿਲੇਸ਼ਨ ਹੈਗੇ ਉਹ ਵੀ ਆਪਾਂ ਕਰਾਂਗੇ। 2-3 ਟੋਪਿਕ ਆਪਣੇ ਰਹਿ ਗਏ ਹੈਗੇ, ਉਹ ਆਪਾਂ ਅਗਲੇ ਪਾਰਟ ਦੇ ਵਿੱਚ ਕੰਪਲੀਟ ਕਰਾਂਗੇ। ਓਕੇ ਜੀ, ਥੈਂਕ ਯੂ ਵੈਰੀ ਮੱਚ।